ਸਤਿ ਸ਼੍ਰੀ ਅਕਾਲ ਜੀ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗੁਰਬਾਜ ਸਿੰਘ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ। ਦੋਸਤੋ, ਹਰ ਹਫਤੇ ਅਸੀਂ ਕਿਸੇ ਖਾਸ ਸ਼ਖਸੀਅਤ ਨਾਲ ਮੁਲਾਕਾਤ ਕਰਦੇ ਹਾਂ। ਪ੍ਰੋਗਰਾਮ ਖਾਸ ਮੁਲਾਕਾਤ ਦਾ ਆਗਾਜ਼ ਕਰਨ ਲੱਗੇ ਹਾਂ। ਅੱਜ ਇੱਕ ਵਾਰ ਫਿਰ ਸਾਡੇ ਨਾਲ ਮਹਾਨ ਸ਼ਖਸੀਅਤ ਸ਼ਾਮਲ ਹੋਣ ਜਾ ਰਹੀ ਹੈ। ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਵੱਲੋਂ ਡੇਰੇ ਜਮਾਏ ਹੋਏ ਨੇ। ਇਹ ਹੁਣ ਮਹਿਜ਼ ਕਿਸਾਨ ਅੰਦੋਲਨ ਨਹੀਂ ਰਹਿ ਗਿਆ, ਲੋਕ ਅੰਦੋਲਨ ਬਣ ਚੁੱਕਾ ਹੈ। ਖੇਤੀ ਕਾਨੂੰਨਾਂ ਖਿਲਾਫ ਇਹ ਰੋਹ ਮਗਿਆ ਹੋਇਆ। ਪੋਹ ਦੇ ਪਾਲੇ ਵਿੱਚ ਕੜਕਦੀ ਠੰਡ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲੋਕਾਂ ਦੇ ਨਾਲ ਇਸ ਲੋਕ ਰੋਹ ਨੂੰ ਮੰਗਾਇਆ ਹੋਇਆ। ਇਸ ਲੋਕ ਰੋਹ ਦੇ ਪਿੱਛੇ ਕੀ ਕਾਰਨ ਨੇ? ਇਹਨਾਂ ਕਾਨੂੰਨਾਂ ਦੇ ਵਿੱਚ ਕਿਹੜੀਆਂ ਅਜਿਹੀਆਂ ਖਾਮੀਆਂ ਨੇ ਜਿਨ੍ਹਾਂ 'ਤੇ ਚਰਚਾ ਕਰਨੀ ਬਣਦੀ ਹੈ? ਅੱਜ ਅਸੀਂ ਕਾਨੂੰਨੀ ਨੁਕਤਾ ਨਿਗਾਹ ਤੋਂ ਗੱਲਬਾਤ ਕਰਨੀ ਹੈ ਅਤੇ ਮੇਰੇ ਨਾਲ ਸ਼ਾਮਲ ਹੋਣ ਲਈ ਮੈਂ ਜੀ ਆਇਆਂ ਕਹਿੰਦਾ, ਸਵਾਗਤ ਕਰਦਾ ਸਰਦਾਰ ਗੁਰਜੀਤ ਸਿੰਘ ਕੌੜਾ, ਜਿਹੜੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰ ਰਹੇ ਨੇ। ਕੌੜਾ ਸਾਹਿਬ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਨੂੰ ਚਾਰੋਂ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸ਼ਹੀਦੀ ਦਿਵਸ ਤੇ ਪ੍ਰਣਾਮ ਉਹਨਾਂ ਨੂੰ, ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਇਹ ਨਿੱਕੀਆਂ ਜਿੰਦਾਂ ਜਿਹੜੇ ਵੱਡੇ ਸਾਕੇ ਕਰ ਗਈਆਂ ਨੇ। ਦੁਨੀਆ ਦੇ ਧਰਮ ਦੇ ਇਤਿਹਾਸ ਵਿੱਚ ਕਿਧਰੇ ਵੀ ਅਜਿਹੀ ਮਿਸਾਲ ਨਹੀਂ ਮਿਲਦੀ। ਉਹੀ ਦਿੱਲੀ ਅਤੇ ਉਹੀ ਪੋਹ, ਇਹ ਸਭ ਕੁਝ ਸਾਨੂੰ ਸ਼ਹੀਦੀ ਸਾਕੇ ਵੀ ਯਾਦ ਆ ਰਹੇ ਨੇ। ਅੱਜ ਅਸੀਂ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਕਰਨੀ ਹੈ। ਤੁਸੀਂ ਸਾਰਾ ਕੁਛ ਪੜ੍ਹਿਆ ਜੀ, ਅਧਿਐਨ ਕੀਤਾ, ਇਹਨਾਂ ਬਿੱਲਾਂ ਨੂੰ ਘੋਖਿਆ ਪੜਤਾਲਿਆ। ਸੋ ਪਹਿਲਾਂ ਸਭ ਤੋਂ ਆਪਾਂ ਇਹ ਜਾਣਦੇ ਹਾਂ ਕਿ ਇਹਨਾਂ ਕਾਨੂੰਨਾਂ ਨੂੰ ਲਿਆਉਣ ਦੀ ਲੋੜ ਕਿਉਂ ਪਈ? ਕੀ ਕਿਸਾਨਾਂ ਵੱਲੋਂ ਅਜਿਹੇ ਕਾਨੂੰਨਾਂ ਦੀ ਮੰਗ ਕੀਤੀ ਜਾ ਰਹੀ ਸੀ? ਨਹੀਂ, ਬਿਲਕੁਲ ਵੀ ਨਹੀਂ ਕੀਤੀ ਜਾ ਰਹੀ ਸੀ। ਬੜੇ ਪਿਛਲੇ ਲੰਬੇ ਸਮੇਂ ਤੋਂ ਜਿੰਨੇ ਵੀ ਕਾਰਪੋਰੇਟ ਘਰਾਣੇ ਆ, ਉਹ ਇਹ ਸਮਝਦੇ ਸੀ ਕਿ ਇਹ ਬਹੁਤ ਵੱਡਾ ਬਿਜ਼ਨਸ ਹੈ ਐਗਰੀਕਲਚਰ ਸੈਕਟਰ, ਤੇ ਅਸੀਂ ਉਹਨੂੰ ਗ੍ਰੈਬ ਕਰ ਲਈਏ। ਤੇ ਵੱਡੇ ਘਰਾਣੇ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਗਵਰਨਮੈਂਟ ਨੂੰ ਪਰਚੇਜ਼ ਕੀਤਾ ਜਾਂ ਮੈਨੂਪੂਲੇਟ ਕੀਤਾ। ਉਹਦੇ ਬੇਸਿਸ ਤੇ ਇਹਨਾਂ ਦੀ ਨਿਗਾਹ ਪੈ ਗਈ ਕਿ ਇਹ ਬਹੁਤ ਅਰਬਾਂ ਖਰਬਾਂ ਦਾ ਬਿਜ਼ਨਸ ਹੈ, ਕਿਉਂ ਨਾ ਇਹਨੂੰ ਖੋਇਆ ਜਾਵੇ। ਇਸ ਕਰਕੇ ਜਿਹੜੀ ਸਰਕਾਰ ਵੀ ਬਣਾਏਗੀ, ਉਹਦੇ ਪਿੱਛੇ ਉਹਨਾਂ ਅਰਬਪਤੀਆਂ, ਉਹਨਾਂ ਕਾਰਪੋਰੇਟਰ ਹਾਊਸਿਸ ਦਾ ਜਿਹੜਾ ਪਿਛਲਾ ਮਨਸਾ ਸੀ, ਉਹਨਾਂ ਦੇ ਬੇਸ ਤੇ ਹੀ ਸਰਕਾਰ ਬਣੀ ਸੀ। ਉਹਨਾਂ ਨੇ ਹੀ ਸਰਕਾਰ ਬਣਾਈ ਸੀ। ਸਰਕਾਰ ਉਹਨਾਂ ਦੀ ਵਜ੍ਹਾ ਨਾਲ ਹੀ ਬਣੀ ਹੈ, ਤੇ ਉਹ ਹੁਣ ਆਪਣੇ ਤਰੀਕੇ ਨਾਲ ਸਰਕਾਰ ਨੂੰ ਚਲਾਉਣਾ ਚਾਹੁੰਦੇ, ਤੇ ਸਰਕਾਰ ਦੀ ਮਜਬੂਰੀ ਹੋ ਗਈ ਉਹਨਾਂ ਦੇ ਬਿੱਲ ਲਿਆਉਣ। ਸਰਕਾਰ ਨੇ ਇੱਕ ਵੱਡੇ ਘਰਾਣੇ ਨੂੰ ਫਿਰ ਲੋਕਾਂ ਦੀ ਟੇਕ 'ਤੇ ਲਗਾ ਦਿੱਤਾ। ਉਹਨਾਂ ਨੂੰ ਆਪਣੇ ਹੀ ਮੁਲਕ ਦੇ ਉਹਨਾਂ ਮਿਹਨਤਕਸ਼ ਲੋਕਾਂ ਦਾ, ਬਸ਼ਿੰਦਿਆਂ ਦਾ ਕੋਈ ਫਿਕਰ ਨਹੀਂ। ਜੇ ਕੋਈ ਪਰਿਵਾਰ ਮੋਟੀ ਰਕਮ ਫੰਡਾਂ ਵਜੋਂ ਦੇ ਕੇ ਸਰਕਾਰ ਦੀ ਬਾਂਹ ਮਰੋੜ ਰਿਹਾ, ਅਤੇ ਸਰਕਾਰ ਨੂੰ ਚਾਹੀਦਾ, ਕਿਉਂਕਿ ਲੋਕਾਂ ਨੇ ਸਰਕਾਰ ਆਪਣੇ ਲਈ ਚੁਣੀ ਹੁੰਦੀ ਹੈ ਕਿ ਉਹਨਾਂ ਦੇ ਲਈ ਕੰਮ ਕਰੇ, ਨਾ ਕਿ ਕਿਸੇ ਇੱਕ ਪਰਿਵਾਰ ਲਈ। ਫਿਰ ਇਹ ਸਾਰੇ ਲੋਕ ਪਛਾਣ ਕਰ ਦਿੱਤੇ ਨੇ ਗੌਰਮੈਂਟ ਨੇ। ਬਿਲਕੁਲ। ਸਰਕਾਰ ਜਿਹੜੀ ਹੈ ਨਾ, ਸਰਕਾਰ ਜਦੋਂ ਵੀ RSS ਦੇ ਨਾਲ ਵੱਡੇ ਘਰਾਣਿਆਂ ਦੀ ਗੱਲ ਹੋਈ, ਉਹਨਾਂ ਨੇ ਇਹ ਕਿਹਾ ਕਿ ਸਾਨੂੰ ਇੱਕ ਇਹੋ ਜਿਹੇ ਬੰਦੇ ਦੀ ਜ਼ਰੂਰਤ ਹੈ ਜਿਹੜਾ ਬੰਦਾ ਸਾਡਾ ਕੰਮ ਕਰ ਸਕੇ। ਉਹਨਾਂ ਨੇ ਦੇਖਿਆ ਕਿ ਸਾਡਾ ਜਿਹੜਾ ਬੋਝਾ ਢੋਣ ਵਾਲਾ ਹੈ, ਉਹ ਬੰਦਾ ਸਿਰਫ ਇੱਕੋ ਹੀ ਹੈ, ਉਹ ਮੋਦੀ ਹੈ। ਉਹਨੂੰ ਗੁਜਰਾਤ ਤੋਂ ਲਿਆ ਕੇ CM ਦੇ ਕੈਂਡੀਡੇਟ ਨੂੰ PM ਦਾ ਕੈਂਡੀਡੇਟ ਪ੍ਰੋਜੈਕਟ ਕਰਕੇ RSS ਨਾਲ ਸਾਂਠ-ਗਾਂਠ ਕੀਤੀ ਕਿ ਵੱਡੇ ਘਰਾਣਿਆਂ ਦੀ, ਕਿ ਸਾਰੇ ਦਾ ਸਾਰਾ ਜਿੰਨਾ ਵੀ ਪੈਸਾ ਇਲੈਕਸ਼ਨਾਂ 'ਚ ਲੱਗੇਗਾ ਉਹ ਅਸੀਂ ਲਾਵਾਂਗੇ, ਬਟ ਕੈਂਡੀਡੇਟ ਸਾਡਾ ਹੋਊਗਾ। ਉਸ ਤੋਂ ਬਾਅਦ ਲਾਅ ਜੋ ਬਣਾਵਾਂਗੇ ਅਸੀਂ ਬਣਾਵਾਂਗੇ। ਸੋ ਇਹ ਬਹੁਤ ਵੱਡੇ ਥਿੰਕ ਟੈਂਕ ਇਹਨਾਂ ਕੋਲ ਹੈਗੇ ਨੇ, ਜਿਹੜੇ ਬੜੇ ਸਾਲਾਂ ਵਾਸਤੇ ਪਲਾਨਿੰਗ ਕਰਦੇ ਨੇ। ਔਰ ਇਹ ਅੱਜ ਦੀ ਪਲਾਨਿੰਗ ਨਹੀਂ ਹੈ, ਕਾਂਗਰਸ ਗਵਰਨਮੈਂਟ ਇਹਨਾਂ ਦੇ ਕਾਬੂ ਨਹੀਂ ਆਈ, ਉਸ ਤੋਂ ਬਾਅਦ ਹੋਰ ਕੋਈ ਗਵਰਨਮੈਂਟ ਕਾਬੂ ਨਹੀਂ ਆਈਆਂ। ਇਹਨਾਂ ਨੇ ਹੌਲੀ ਇਹਨੂੰ ਆਪਣੇ ਨੈੱਟ 'ਚ ਫਸਾ ਕੇ ਔਰ RSS ਨੂੰ ਗੰਢ ਕੇ ਉਸ ਤੋਂ ਬਾਅਦ ਇਹਨੂੰ ਪਲਾਨ ਕੀਤਾ ਤਾਂ ਕਿ ਕੋਈ ਬੰਦਾ ਬੋਲ ਨਾ ਸਕੇ। ਮੈਜੋਰਟੀ ਆਉਣ ਦਾ ਰੀਜ਼ਨ ਇਹ ਹੈ, ਮੈਜੋਰਟੀ ਲਿਆਉਣ ਕਿ ਮੀਡੀਆ ਤੋਂ ਪ੍ਰਚਾਰ ਇਹੋ ਜਿਹਾ ਕਰਾਇਆ ਗਿਆ ਜਿਹਦੇ ਨਾਲ ਪੂਰੀ ਦੀ ਪੂਰੀ ਇੰਡੀਆ ਦੀ ਡੈਮੋਕ੍ਰੇਸੀ ਨੂੰ ਹਿਲਾ ਦਿੱਤਾ ਗਿਆ। ਸਰਮਾਏਦਾਰ ਘਰਾਣੇ ਕਿਸੇ ਦੇ ਸਕੇ ਨਹੀਂ ਹੁੰਦੇ ਜੀ। ਅੱਜ ਕਿਸੇ ਹੋਰ ਨਾਲ, ਕੱਲ੍ਹ ਨੂੰ ਕਿਸੇ ਹੋਰ ਨਾਲ ਹੋਣਗੇ। ਜਿਹੜੀ ਸ਼ਕਤੀ ਹੈ ਸੱਤਾ ਨਾਲ ਹਾਸਲ ਹੁੰਦੀ ਹੈ, ਅਤੇ ਸੱਤਾ ਅਤੇ ਸ਼ਕਤੀ ਦਾ ਪੈਸੇ ਨਾਲ ਬੜਾ ਡੂੰਘਾ ਰਿਸ਼ਤਾ ਹੈ। ਪੈਸੇ ਨਾਲ ਇਹ ਲੋਕ, ਅਮੀਰ ਲੋਕ, ਵੱਡੇ ਘਰਾਣੇ ਸਰਕਾਰ ਨੂੰ ਆਪਣੇ ਹਿਸਾਬ ਨਾਲ ਚਲਾਉਣ ਦਾ ਯਤਨ ਕਰਦੇ ਨੇ। ਸੋ ਇਹ ਉੱਥੋਂ ਦੇ ਹਾਕਮਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਅਜੇ ਤੱਕ ਕਿ ਸਦਾ ਥਿਰ ਨਹੀਂ ਰਹਿਣੇ ਇਹ ਆਸਨ, ਇਹ ਤਖਤ ਡੋਲ ਜਾਂਦੇ ਨੇ। ਬੜੇ ਵੱਡੇ ਇੱਥੋਂ ਹੋ ਕੇ ਗਏ ਨੇ, ਅਤੇ ਲੋਕਾਂ ਦੀ ਗੱਲ ਸੁਣੀ ਜਾਏ। ਘਰਾਣਿਆਂ ਦਾ ਕੀ ਹੈ, ਇਹਨਾਂ ਦੀ ਵਫਾਦਾਰੀ ਥਿਰ ਨਹੀਂ ਹੁੰਦੀ। ਉਹਦੇ ਪਿੱਛੇ ਲੋਕਾਂ ਦਾ ਹੀ ਕਸੂਰ ਹੈ।
ਕਿਉਂਕਿ ਜਦੋਂ ਲੋਕ ਵੋਟ ਪਾਉਂਦੇ ਆ ਕੋਈ ਸਮਝਦਾਰੀ ਨਾਲ ਵੋਟ ਨਹੀਂ ਪਾਉਂਦਾ, ਧਰਮ ਦੇ ਨਾਂ ਤੇ, ਜਾਤੀ ਦੇ ਨਾਂ ਤੇ, ਕਾਸਟ ਦੇ ਨਾਂ ਤੇ, ਸੂਬਿਆਂ ਦੇ ਨਾਂ ਤੇ, ਮਤਲਬ ਹੇਰਾ ਫੇਰੀ ਦੇ ਨਾਂ ਤੇ ਸਭ ਵੋਟਾਂ ਪੈਂਦੀਆਂ ਨੇ। ਵੋਟ ਪਰਚੇਜ ਹੁੰਦੀ ਹੈ। ਸੇਲ ਪਰਚੇਜ ਇੰਡੀਆ ਵੋਟ ਦਾ ਜਿਹੜਾ ਸ਼ੇਅਰ ਹੈ ਉਹ 70% ਵੋਟ ਸੇਲ ਪਰਚੇਜ ਦੇ ਵਿੱਚ ਇਨਵੋਲਵ ਹੁੰਦੀ ਹੈ। ਜੇ ਵੋਟਿੰਗ ਸੇਲ ਹੋਏਗੀ ਤਾਂ ਡੈਮੋਕ੍ਰੇਸੀ ਨੂੰ ਅਸੀਂ ਕਿਵੇਂ ਪ੍ਰੋਟੈਕਟ ਕਰਾਂਗੇ। ਸੋ ਵੱਡੇ ਘਰਾਣਿਆਂ ਕੋਲੇ ਪੈਸੇ ਨੇ, ਅਸੀਂ ਲੋਕ ਵਿਕਦੇ ਹਾਂ। ਅਸੀਂ ਤਾਂ ਮਤਲਬ ਇਨਕਲੂਡਿੰਗ ਮੀ, ਮਤਲਬ ਹਰ ਬੰਦਾ ਇੰਡੀਆ 'ਚ ਇਹ ਹਾਲ ਹੋਇਆ ਪਿਆ ਕਿ ਫੋਰ ਸੇਲ ਹੋ ਗਿਆ। ਉਹਦੀ ਵਜ੍ਹਾ ਨਾਲ ਇਹ ਸਭ ਤੋਂ ਵੱਡੀ ਪ੍ਰੋਬਲਮ ਆ ਗਈ ਕਿ ਸਹੀ ਬੰਦੇ ਚੁਣ ਕੇ ਨਾ ਤਾਂ ਵਿਧਾਨ ਸਭਾ 'ਚ ਜਾ ਰਿਹਾ, ਨਾ ਉਹ ਲੋਕ ਸਭਾ 'ਚ ਜਾ ਰਿਹਾ, ਤੇ ਨਾ ਉਹ ਪਾਰਲੀਮੈਂਟ 'ਚ ਜਾ ਰਿਹਾ। ਦਿਸ ਇਜ਼ ਦੀ ਓਨਲੀ ਰੀਜ਼ਨ ਕਿ ਸਾਡੀ ਡੈਮੋਕ੍ਰੇਸੀ ਜਿਹੜੀ ਹੈ ਬਿਲਕੁਲ ਕੂਚ ਡਿੱਗ ਗਈ ਹੈ। ਉਹਨੂੰ ਲਿਫਟ ਕਰਨਾ ਸਾਡੇ ਵੱਸ ਤੋਂ ਬਾਹਰ ਹੋ ਗਿਆ ਹੈ, ਕਿਉਂਕਿ ਅਸੀਂ ਵਿਕਦੇ ਹਾਂ, ਅਸੀਂ ਪੈਸੇ ਲੈ ਕੇ ਵੋਟਾਂ ਪਾਉਂਦੇ ਹਾਂ, ਤੇ ਵੱਡੇ ਘਰਾਣੇ ਖਰੀਦਣ ਨੂੰ ਤਿਆਰ ਬੈਠੇ ਨੇ, ਵਿਕਣ ਵਾਲੇ ਵਿਕਣ ਨੂੰ ਤਿਆਰ ਬੈਠੇ ਆ। ਫਿਰ ਜਿਹੜੇ ਕੁਝ ਲੋਕ ਹੁੰਦੇ ਆ ਉਹ ਬੜੇ ਐਕਸਪਰਟ ਹੁੰਦੇ ਨੇ ਖਰੀਦਣ 'ਚ ਵੋਟਿੰਗ। ਜਦੋਂ ਵੋਟ ਖਰੀਦ ਲੈਂਦੇ ਨੇ ਤੇ ਫਿਰ ਡੈਮੋਕ੍ਰੇਸੀ ਖਤਮ। ਜਦੋਂ ਆਮ ਬੰਦੇ ਦੀ ਗੱਲ ਹੀ ਨਹੀਂ ਪਹੁੰਚਣੀ ਪਾਰਲੀਮੈਂਟ ਤੱਕ ਤਾਂ ਫਿਰ ਵੋਟਿੰਗ ਰਾਈਟ ਜਿਹੜਾ ਉਹ ਡੈਮੋਕ੍ਰੇਸੀ ਅਸੀਂ ਕਿਵੇਂ ਕਵਾਂਗੇ। ਮੈਂ ਤੈਨੂੰ ਡੈਮੋਕ੍ਰੇਸੀ ਦਾ ਹਿਸਾਬ ਕਿਤਾਬ 'ਚ ਨਹੀਂ ਸਮਝਦਾ। ਡੈਮੋਕ੍ਰੇਸੀ ਇੰਡੀਆ 'ਚ ਪੂਰੀ ਤਰ੍ਹਾਂ ਖਤਰੇ ਦੇ ਅੰਦਰ ਆ ਗਈ। ਕੁਝ ਬੰਦਿਆਂ ਦੇ ਹੱਥ ਆ ਗਈ ਹੈ ਜਿਹਦੇ ਨਾਲ ਪੂਰੇ ਕੰਟਰੀ ਨੂੰ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਹੈ। ਉਹਦੇ ਨਾਲ ਸਿਵਲ ਵਾਰ ਤੱਕ ਹੋ ਸਕਦੀ ਹੈ ਇੰਡੀਆ 'ਚ। ਅੱਜ ਦੀ ਪੋਜੀਸ਼ਨ ਇਹ ਹੈ ਕਿ ਹਰ ਬੰਦਾ ਭੁੱਖਮਰੀ ਤੇ ਆ ਗਿਆ, ਛੋਟਾ ਬਿਜ਼ਨਸਮੈਨ, ਵੱਡਾ ਬਿਜ਼ਨਸਮੈਨ, ਔਰ ਤੁਸੀਂ ਖੇਤੀ ਵਾਲੇ ਤਾਂ ਵੈਸੇ ਉਲਝ ਗਏ ਨੇ। ਜਿਹੜਾ ਬਿਲਕੁਲ ਮਜ਼ਦੂਰ ਦਿਹਾੜੀ ਕਰਦਾ, ਲੇਬਰ ਚੌਂਕ 'ਚ ਖੜਾ ਕਰਦਾ, ਉਹ ਖਤਮ ਹੋ ਗਿਆ। ਛੋਟੇ ਛੋਟੇ ਜਿਹੜੇ ਲੋਕ ਕੰਮ ਕਰਦੇ ਸੀ ਉਹ ਵੀ ਖਤਮ ਹੋ ਗਏ। ਛੋਟੇ ਉਦਯੋਗ ਖਤਮ ਹੋ ਗਏ, ਲਘੂ ਉਦਯੋਗ ਖਤਮ ਹੋ ਗਏ, ਇੰਡਸਟਰੀਜ਼ ਖਤਮ ਹੋ ਗਈਆਂ। ਦੱਸੋ ਇਹ ਕੰਟਰੀ ਚੱਲੂਗਾ ਕਿਵੇਂ? 5-4 ਬੰਦੇ ਥੋੜੀ ਕੰਟਰੀ ਚਲਾਉਣਗੇ, ਬਾਕੀ ਬੰਦੇ ਕਿੱਥੇ ਜਾਣਗੇ? ਪਰ ਇਹ ਗਵਰਨਮੈਂਟ ਦੀ ਪਾਲਿਸੀ ਇਹੋ ਜਿਹੀ ਬਣਾ ਲੈਂਦੇ ਨੇ, ਇਹ ਵੱਡੇ ਘਰਾਣੇ ਐਸੇ ਬਣਾ ਲੈਂਦੇ ਕਿ ਬਾਕੀ ਸਭ ਬੰਦਿਆਂ ਨੂੰ ਝਾੜਦੇ ਆਪ ਟੌਪ ਤੇ ਪਹੁੰਚ ਜਾਂਦੇ ਨੇ, ਔਰ ਪੈਸੇ ਦੇ ਬਲ ਤੇ ਫਿਰ ਇੰਨਾ ਕੁ ਪੈਸਾ ਕਮਾ ਲੈਂਦੇ ਕਿ ਕੋਈ ਸੋਚ ਵੀ ਨਹੀਂ ਸਕਦਾ। ਜੀ ਬਿਲਕੁਲ ਜੀ। ਪਰ ਲੋਕ ਹਰ ਵਾਰ ਠੱਗੇ ਮਹਿਸੂਸ ਕਰਦੇ ਨੇ, ਕਿਉਂਕਿ ਉਹ ਹਰ ਵਾਰ ਲਾਰਿਆਂ 'ਚ ਆ ਜਾਂਦੇ ਨੇ। ਲੀਡਰਾਂ ਦੇ ਲਾਰੇ ਕੁਆਰੇ ਰਹਿੰਦੇ ਨੇ। 15-15 ਲੱਖ ਦਾ ਲਾਰਾ ਲਗਾਇਆ ਗਿਆ, ਬਾਅਦ 'ਚ ਕਹਿ ਦਿੱਤਾ ਕਿ ਇਹ ਤਾਂ ਜੁਮਲਾ ਸੀ, ਲੋਕਾਂ ਨੂੰ ਭੁੱਲ ਜਾਣਾ ਚਾਹੀਦਾ, ਕੁਛ ਨਹੀਂ ਮਿਲਣ ਵਾਲਾ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਬੜਾ ਵੱਡਾ ਵਾਅਦਾ ਕੀਤਾ ਗਿਆ। ਇਹਦੇ ਨਾਲ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਆਪਣੇ ਮੈਨੀਫੈਸਟੋ ਵਿੱਚ ਸ਼ਾਮਲ ਕੀਤਾ। ਕਿਸਾਨਾਂ ਦੇ ਨਾਲ ਖੜਨ ਦੇ ਅਹਿਦ ਕੀਤੇ ਗਏ, ਪਰ ਜਦੋਂ ਸੱਤਾ 'ਚ ਆਏ ਤਾਂ ਭਾਈਵਾਲੀ ਹੋਰਨਾਂ ਧਿਰਾਂ ਨਾਲ ਪਾ ਲਈ। ਅਤੇ ਇਹਦੇ ਲਈ ਮੈਨੂੰ ਲੱਗਦਾ ਕਿ ਲੋਕਾਂ ਕੋਲ ਕੋਈ ਬਦਲ ਵੀ ਮੌਜੂਦ ਨਹੀਂ ਹੈ ਜੀ। ਉਹ ਅਜ਼ਮਾ ਕੇ ਵੇਖ ਰਹੇ ਨੇ, ਇੱਕ ਤੋਂ ਬਾਅਦ ਦੂਜੀ ਪਾਰਟੀ ਵੱਲ ਉਹ ਧਿਆਨ ਰੱਖਦੇ ਨੇ, ਪਰ ਉਹਨਾਂ ਦੀ ਜਿਹੜੀ ਗੱਲ ਆਪਣੀ ਉਹ ਕਿਤੇ ਸਿਰੇ ਨਹੀਂ ਚੜ੍ਹਦੀ। ਹਰ ਵਾਰ ਉਹ ਠੱਗੇ ਮਹਿਸੂਸ ਕਰਦੇ ਨੇ। ਤੁਸੀਂ ਦੱਸਿਆ ਕਿ ਲੋਕਤੰਤਰ ਨੂੰ ਬੜਾ ਵੱਡਾ ਖਤਰਾ ਹੈ। ਇਹ ਗੱਲ ਚੱਲ ਰਹੀ ਹੈ ਕਿਉਂਕਿ ਭਾਰਤੀ ਡੈਮੋਕ੍ਰੇਸੀ ਦੀ ਦੁਨੀਆ ਭਰ ਦੇ ਵਿੱਚ ਬੜੀ ਵੱਡੀ ਧਾਂਕ ਰਹੀ ਹੈ। ਅਤੇ ਅੱਜ ਵੀ ਅਸੀਂ ਸੋਚਦੇ ਹਾਂ ਕਿ ਅਜਿਹਾ ਮੁਲਕ ਹੈ ਜਿਹਨੂੰ ਭਾਰਤ ਵਾਸੀ ਬਹੁਤ ਪਿਆਰ ਕਰਦੇ ਨੇ। ਦੇਖੋ, ਜਦੋਂ ਕੋਵਿਡ-19 ਦੇ ਲੋਕਡਾਊਨ ਦੌਰਾਨ ਹਜ਼ਾਰਾਂ ਨਹੀਂ ਬਲਕਿ ਲੱਖਾਂ ਮਜ਼ਦੂਰ ਪੈਦਲ ਸੜਕਾਂ 'ਤੇ ਹੀ ਤੁਰ ਪਏ। ਉਹਨਾਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ, ਕੋਈ ਉਜ਼ਰ ਨਹੀਂ ਕੀਤਾ। ਇਹੋ ਜਿਹੇ ਬਸ਼ਿੰਦੇ ਵੀ ਉਸ ਮੁਲਕ 'ਚ ਵਸਦੇ ਨੇ, ਪਰ ਸਰਕਾਰਾਂ ਦਾ ਉਹਨਾਂ ਵੱਲ ਧਿਆਨ ਨਹੀਂ ਜਾਂਦਾ। ਨਹੀਂ, ਉਹੀ ਗੱਲ ਆ ਗਈ ਨਾ। ਦੁਬਾਰਾ ਮੈਂ ਉਸੇ ਗੱਲ ਤੇ ਆਉਂਦਾ, ਸਰਕਾਰ ਬਣਾਉਂਦਾ ਕੌਣ ਹੈ? ਉਹੀ 10 ਬੰਦੇ ਜਾਤੀਵਾਦ ਨੂੰ ਵੰਡਦੇ ਨੇ। ਤੁਸੀਂ ਦੇਖੋ, ਜਦੋਂ ਵੀ ਇਲੈਕਸ਼ਨ ਹੁੰਦਾ ਉਦੋਂ ਇੰਨਾ ਜਾਤੀਵਾਦ ਪਣਪ ਜਾਂਦਾ ਇੰਡੀਆ ਦੇ ਵਿੱਚ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਇੱਕ ਛੋਟੇ ਪਿੰਡ ਦੇ ਵਿੱਚ 10-10, 20 ਧੜੇ ਬਣ ਜਾਂਦੇ ਨੇ। ਉਹ ਵੀ ਆ ਖੱਤਰੀ ਹੈ ਜੀ, ਆ ਰੋੜਾ ਹੈ ਜੀ, ਆ ਹਿੰਦੂ ਹੈ ਜੀ, ਆ ਸਿੱਖ ਹੈ ਜੀ, ਆ ਮੁਸਲਮਾਨ ਹੈ। ਉਹਨਾਂ ਨੂੰ ਪਣਪਾਇਆ ਜਾਂਦਾ ਹੈ, ਉਹਨਾਂ ਨੂੰ ਪੈਦਾ ਕੀਤਾ ਜਾਂਦਾ ਹੈ। ਉਹ ਫਿਰ ਵੋਟ ਸ਼ੇਅਰਿੰਗ ਨੂੰ ਡਿਸਟਰਬ ਕੀਤਾ ਜਾਂਦਾ ਹੈ। ਉਸ ਵਜ੍ਹਾ ਨਾਲ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇੰਡੀਆ 'ਚ ਹੈ ਉਹ ਜਾਤੀਵਾਦ ਨੂੰ ਘਟਾਵਾ ਦੇਣਾ। ਜਦੋਂ ਜਾਤੀਵਾਦ ਨੂੰ बढ़ावा देता ਉਸ ਤੋਂ ਬਾਅਦ ਸੇਲ ਪਰਚੇਜ ਹੋਣਾ ਵੋਟ ਦਾ। ਇਹ ਦੋ ਰੀਜ਼ਨ ਹੈ ਕਿ ਅਸੀਂ ਸਹੀ ਬੰਦੇ ਨੂੰ ਪਾਰਲੀਮੈਂਟ ਤੇ ਅਸੈਂਬਲੀ 'ਚ ਨਹੀਂ ਭੇਜ ਪਾ ਰਹੇ। ਮਾੜੇ ਬੰਦੇ ਪੈਸੇ ਖਰਚ ਕਰਕੇ ਇਲੈਕਸ਼ਨ ਲੜਦੇ ਨੇ। ਉਸ ਤੋਂ ਬਾਅਦ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਪਾਰਲੀਮੈਂਟ 'ਚ ਅਸੀਂ ਜਾ ਕੇ ਬੋਲਣਾ ਕੀ ਹੈ, ਵਿਧਾਨ ਸਭਾ 'ਚ ਅਸੀਂ ਜਾ ਕੇ ਬੋਲਣਾ ਕੀ ਹੈ। ਬਟ ਉਹ ਪੈਸੇ ਦੇ ਸਿਰ ਤੇ ਇੱਕ ਪਿੰਡ ਦੇ ਵਿੱਚ 10,000 ਵੋਟ ਹੈ, 10,000 ਤੋਂ 7,000 ਵੋਟ ਫੋਰ ਸੇਲ ਹੈ। ਦੱਸੋ ਇੰਡੀਆ 'ਚ ਕੀ ਕਰੋਗੇ? ਤੁਸੀਂ ਕਿਵੇਂ ਡੈਮੋਕ੍ਰੇਸੀ ਨੂੰ ਚਲਾ ਪਾਓਗੇ? ਤੁਸੀਂ ਆਪਣੀ ਗੱਲ ਵਿਧਾਨ ਸਭਾ 'ਚ ਕਿਵੇਂ ਕਹੋਗੇ? ਤੁਸੀਂ ਆਪਣੀ ਗੱਲ ਪਾਰਲੀਮੈਂਟ 'ਚ ਕਿਵੇਂ ਕਹੋਗੇ ਜਦੋਂ ਤੁਹਾਡਾ ਨੁਮਾਇੰਦਾ ਹੀ ਵਿਕਿਆ ਹੋਇਆ? ਉਹਨੇ ਤੁਹਾਨੂੰ ਖਰੀਦ ਲਿਆ, ਉਹ ਅੱਗੇ ਵਿਕ ਗਿਆ, ਉਹਨੂੰ ਵੀ ਪਤਾ ਉਹ ਵੀ ਅੱਗੇ ਵਿਕ ਗਿਆ, ਉਹ ਵੀ ਵਿਕ ਗਿਆ, ਤੁਸੀਂ ਵੀ ਵਿਕ ਗਏ। ਤੇ ਅਲਟੀਮੇਟਲੀ ਗੱਲ ਕਿੱਥੇ ਗਈ? ਗੱਲ ਉੱਥੇ ਚਲੇਗੀ ਨਾ ਲਾਸਟ ਵਿੱਚ, ਕਾਰਪੋਰੇਟ ਘਰਾਣੇ ਕੋਲੇ, ਵੱਡੇ ਬੰਦਿਆਂ ਕੋਲੇ। ਤੇ ਫਿਰ ਉਹ ਆਪਣੀ ਮਨਮਾਨੀ ਕਰਨਗੇ। ਹੁਣ ਸਾਨੂੰ ਸੋਚਣਾ ਹੀ ਇਹ ਚਾਹੀਦਾ ਹੈ
ਕਿ ਅਸੀਂ ਐਟਲੀਸਟ ਆਪਣੀ ਵੋਟ ਜਿਹੜੀ ਹੈ ਉਹਨੂੰ ਬੜੇ ਢੰਗ ਨਾਲ ਸੋਚ ਸਮਝ ਕੇ ਹੋਣੀ ਚਾਹੀਦੀ ਹੈ। ਮਤਦਾਨ ਮਤਲਬ ਆਪਣੀ ਬੁੱਧੀ ਦਾ ਦਾਨ। ਤੁਸੀਂ ਆਪਣੀ ਬੁੱਧੀ ਦਾ ਦਾਨ ਕਰ ਰਹੇ ਹੋ, ਤੁਸੀਂ ਬੁੱਧੀ ਆਪਣੀ ਖਰਾਬ ਕਰਕੇ ਦਾਨ ਕਰ ਰਹੇ ਹੋ, ਤਾਂ ਹੀ ਤਾਂ ਇਹ ਸਾਰਾ ਮਸਲਾ ਖੜਾ ਹੋਇਆ। ਨਹੀਂ ਤਾਂ ਇੰਡੀਆ ਦੀ ਡੈਮੋਕ੍ਰੇਸੀ ਕਿੰਨੀ ਵਧੀਆ ਸੀ। ਵਿਦਿਨ 35 ਸਾਲ ਇੰਨਾ ਬੁਰਾ ਹਾਲ ਹੋ ਗਿਆ ਕਿ ਹਰ ਜਿਹਦੇ ਕੋਲੇ 4 ਪੈਸੇ ਉਹ ਹੇਠਾਂ ਉੱਤੇ ਹੱਥ ਕਰਕੇ ਟਿਕਟ ਲੈ ਕੇ ਤੇ ਆਪਣਾ ਇਲੈਕਸ਼ਨ ਲੜਦਾ, ਫਿਰ ਹੋ ਕੇ ਆਪਣੇ ਆਪ ਨੂੰ ਸੇਲ ਕਰ ਦਿੰਦਾ। ਬਸ ਸੇਲ ਚੀਜ਼ ਇੰਨਾ ਹੋ ਗਿਆ ਕਿ ਡੈਮੋਕ੍ਰੇਸੀ ਰਹੀ ਨਹੀਂ। ਔਰ ਇਹਦੇ ਚ ਨੁਕਸਾਨ ਕਿਹਦਾ? ਲੋਕਾਂ ਦਾ। ਤੇ ਲੋਕ ਹੀ ਬੇਈਮਾਨ ਹੋ ਗਏ ਨੇ। ਜੇ ਲੋਕ ਬੇਈਮਾਨ ਹੋ ਗਏ ਨੇ ਤੇ ਡੈਮੋਕ੍ਰੇਸੀ ਚੱਲਣੀ ਨਹੀਂ। ਅਲਟੀਮੇਟਲੀ ਲੋਕ ਹੁਣ ਸਮਝਣ ਲੱਗ ਗਏ ਨੇ ਸਿਵਲ ਵਾਰ ਹੋ ਜਾਣੀ ਹੈ। ਸਿਵਲ ਵਾਰ ਹੋ ਜੀ, ਗਵਰਨਮੈਂਟ ਤੋਂ ਕੰਟਰੋਲ ਤੋਂ ਬਾਹਰ ਹੋ ਜਾਏਗਾ, ਕਿਵੇਂ ਕੰਮ ਕਰੇਗੀ? ਗਵਰਨਮੈਂਟ ਨੂੰ ਵੀ ਸੋਚਣਾ ਚਾਹੀਦਾ, ਬਟ ਗਵਰਨਮੈਂਟ ਸੋਚ ਤੋਂ ਬਾਹਰ ਹੋ ਗਈ ਕਿਉਂਕਿ ਉਹ ਵੱਡੇ ਘਰਾਣਿਆਂ ਤੋਂ ਪੈਸੇ ਲੈ ਕੇ ਲੜਦੇ ਨੇ ਇਲੈਕਸ਼ਨ। ਹੁਣ ਹਰ ਬੰਦੇ ਦਾ ਲਾਲਚ ਆ ਗਿਆ। ਅਸੀਂ ਦੇਸ਼ ਦੇ ਪ੍ਰਤੀ ਸਾਡਾ ਜਿਹੜਾ ਪਿਆਰ ਹੈ ਉਹ ਖਤਮ ਹੋ ਗਿਆ, ਸਾਡੀ ਲਾਇਲਟੀ ਖਤਮ ਹੋ ਗਈ। ਅਸੀਂ ਇਹ ਕਹੀਏ ਵੀ ਅਸੀਂ ਡੈਮੋਕ੍ਰੇਸੀ ਨੂੰ ਚਲਾਉਣ ਵਾਸਤੇ ਕਾਮਯਾਬ ਬੰਦੇ ਹਾਂ, ਅਸੀਂ ਬਿਲਕੁਲ ਕਾਮਯਾਬ ਬੰਦੇ ਨਹੀਂ ਹੈਗੇ। ਔਰ ਇਸ ਵਜ੍ਹਾ ਨਾਲ ਡੇ ਬਾਈ ਡੇ ਅਸੀਂ ਹੋਰ ਗਰੀਬ ਹੁੰਦੇ ਜਾਵਾਂਗੇ। ਸਾਡੇ ਕਨਸਟੀਟਿਊਸ਼ਨ 'ਚ ਲਿਖਿਆ ਵੀ ਦੀ ਪੀਪਲ ਫॉर ਦੀ ਪੀਪਲ। ਪਹਿਲੀ ਲਾਈਨ ਹੈ ਲਿਖੀ ਹੋਈ, ਪਰ ਵੀ ਦੀ ਪੀਪਲ ਫॉर ਦੀ ਪੀਪਲ ਹੈ ਹੀ ਨਹੀਂ। ਇਹ ਤਾਂ ਸਿਰਫ ਕਾਰਪੋਰੇਟ। ਹੁਣ ਕਾਰਪੋਰੇਟ ਨੇ ਕੀ ਕੀਤਾ? ਇਕੱਲਾ ਕਾਰਪੋਰੇਟ ਇਹਦੇ ਪਿੱਛੇ ਨਹੀਂ ਹੈ। ਕਾਰਪੋਰੇਟ ਨੇ ਸਾਨੂੰ ਫਰਦਰ ਸੇਲ ਕਰਤਾ, ਮਲਟੀਨੈਸ਼ਨਲ ਕੰਪਨੀਆਂ ਨੂੰ, ਗੂਗਲ ਨੂੰ ਸੇਲ ਕਰਤਾ, ਹੋਰ ਕਿਸੇ ਨੂੰ ਸੇਲ ਕਰਤਾ ਵੀ ਆ ਜਾਓ ਤੁਸੀਂ ਵੀ ਸਾਡੇ ਪਾਰਟਨਰ ਬਣੋ, ਅਸੀਂ ਸਾਰੇ ਇੰਡੀਆ ਦੀ ਜ਼ਮੀਨ ਖਰੀਦ ਲਈ ਹੈ, ਅਸੀਂ ਉਹਦੇ ਕੰਟਰੈਕਟ ਫਾਰਮਿੰਗ ਕਰਾਂਗੇ, ਤੁਸੀਂ ਵੀ ਸ਼ੇਅਰ ਪਾ ਲਓ। ਉਹ ਵੀ ਸ਼ੇਅਰ ਪਾ ਲੈਣਗੇ। ਹੁਣ ਨਾ ਤਾਂ ਸਾਨੂੰ ਪਤਾ ਲੱਗਿਆ ਸੀ ਕਿਤੇ ਵਿਕੇ, ਨਾ ਉਹਨਾਂ ਨੂੰ ਪਤਾ ਲੱਗਿਆ ਕਿਤੇ ਵਿਕੇ। ਪੈਸਾ ਇੰਡੀਆ ਤੋਂ ਸਾਲੇ ਦਾ ਸਾਰਾ ਬਾਹਰ ਚੱਲ ਗਿਆ। ਕੰਟਰੈਕਟ ਫਾਰਮਿੰਗ ਦੇ ਵਿੱਚ ਇਹਨਾਂ ਨੇ ਫਰਦਰ ਕੰਟਰੈਕਟ ਜਿਹੜੇ ਹੈ ਉਹ ਮਲਟੀਨੈਸ਼ਨਲ ਕੰਪਨੀਆਂ ਤੋਂ ਪੈਸਾ ਲੈ ਕੇ ਕਰਨੇ, ਉਹ ਵੀ ਬਣ ਜਾਣਗੇ ਇੰਡੀਆ 'ਚ। ਸਾਡੀ ਜ਼ਮੀਨ ਦੇ ਮਾਲਕ ਉਹ ਵੀ ਬਣ ਜਾਣਗੇ, ਬਾਈ ਵੇ ਆਫ ਕੰਟਰੈਕਟ ਉਹ ਵੀ ਇੱਥੇ ਆ ਜਾਣਗੇ। ਤਾਂ ਦੱਸੋ ਸਾਡਾ ਪੈਸਾ ਤਾਂ ਫਿਰ ਬਾਹਰ ਚਲਾ ਗਿਆ। ਅਸੀਂ ਬਾਹਰੋਂ ਪੈਸਾ ਲੈ ਕੇ ਆਣਾ ਕਿ ਅਸੀਂ ਇੰਡੀਆ ਤੋਂ ਬਾਹਰ ਪੈਸੇ ਸਿੱਟਣੇ? ਅਸੀਂ ਆਪਣੇ ਖੇਤਾਂ 'ਚ ਇੱਕ ਮਜ਼ਦੂਰ ਦਿਹਾੜੀਦਾਰ ਪੈਦਾ ਕਰਨ ਜਾ ਰਹੇ ਹਾਂ, ਨਾ ਕਿ ਅਸੀਂ ਸਰਮਾਏਦਾਰੀ ਪੈਦਾ ਕਰਨ ਜਾ ਰਹੇ ਹਾਂ। ਗਵਰਨਮੈਂਟ ਦਾ ਜਿਹੜਾ ਡਿਸੀਜਨ ਹੈ ਬਿੱਲ ਲੈ ਕੇ ਆਉਣਾ, ਇਹ ਸਰਾਸਰ ਬੇਈਮਾਨੀ ਹੈ, ਬਦਨੀਅਤ ਹੈ, ਔਰ ਇਹਨੂੰ ਅਨਕਨਸਟੀਟਿਊਸ਼ਨਲ ਡਿਕਲੇਅਰ ਕਰਨਾ ਚਾਹੀਦਾ। ਇਹ ਕਿਸ ਤਰ੍ਹਾਂ ਜੀ ਤੁਹਾਨੂੰ ਲੱਗਦਾ ਕਿ ਸੂਬਿਆਂ ਦੇ ਅਧਿਕਾਰਾਂ ਤੇ ਵੀ ਡਾਕਾ ਮਾਰਿਆ ਗਿਆ? ਸੰਵਿਧਾਨ ਦੇ ਵਿੱਚ ਐਗਰੀਕਲਚਰ ਆ ਜਿਹੜਾ ਉਹ ਵਿਸ਼ਾ ਸੂਬਿਆਂ ਦਾ ਹੈ। ਜਦੋਂ ਤੁਸੀਂ ਫੈਡਰਲ ਸਟਰਕਚਰ ਨੂੰ ਛੇੜੀ ਕਰਤੀ, 3 ਲਿਸਟ ਹੈਗੀਆਂ, ਇੱਕ ਸਟੇਟ ਲਿਸਟ, ਯੂਨੀਅਨ ਲਿਸਟ ਤੇ ਕੰਕਰੈਂਟ ਲਿਸਟ। ਸਟੇਟ ਲਿਸਟ ਦੇ ਵਿੱਚ ਪਾਵਰ ਹੈ ਸਟੇਟ ਗਵਰਨਮੈਂਟ ਨੂੰ ਕਿ ਤੁਸੀਂ ਐਗਰੀਕਲਚਰ ਦੇ ਥੱਲੇ ਜਾ ਕੇ ਆਪਣਾ ਕੋਈ ਵੀ ਬਿੱਲ ਬਣਾ ਸਕਦੇ ਹੋ। ਬਟ ਸਟੇਟ ਲਿਸਟ ਨੂੰ ਇਗਨੋਰ ਕਰਕੇ ਸੈਂਟਰ ਗਵਰਨਮੈਂਟ ਨੇ, ਯੂਨੀਅਨ ਇੰਡੀਆ ਨੇ ਉੱਥੇ ਆਪਣਾ ਇਨਕਰੋਚਮੈਂਟ ਕਰ ਲਈ, ਇੱਕ ਤਰ੍ਹਾਂ ਦੀ ਇਨਕਰੋਚਮੈਂਟ ਕਰਕੇ ਆਪਣਾ ਉੱਥੇ ਲਾਅ ਬਣਾ ਲਿਆ, ਜਦੋਂ ਕਿ ਉਹਨਾਂ ਦੀ ਅਧਿਕਾਰ ਖੇਤਰ ਥੱਲੇ ਇਹ ਗੱਲ ਆਉਂਦੀ ਨਹੀਂ ਸੀ ਬਿਲਕੁਲ ਕਿ ਕਿਸੇ ਵੀ ਤਰ੍ਹਾਂ ਉਹ ਲਾਅ ਬਣਾ ਸਕਦੇ ਨੇ। ਬਟ ਉਹ ਬਣਾ ਲਿਆ ਉਹਨਾਂ ਨੇ, ਬਿੱਲ ਪਾਸ ਕਰ ਲਿਆ, ਮੈਜੋਰਟੀ ਸੀ ਉਹਨਾਂ ਦੀ, ਬਿੱਲ ਪਾਸ ਕਰ ਲਿਆ। ਪ੍ਰੈਜ਼ੀਡੈਂਟ ਉਹਨਾਂ ਦਾ, ਰਾਜ ਸਭਾ 'ਚ ਉਹਨਾਂ ਦੀ ਗਿਣਤੀ ਹੇਠਾਂ ਉੱਤੇ ਕਰਕੇ ਉਹਨਾਂ ਨੇ ਸਾਰਾ ਸਿਸਟਮ ਸੈੱਟ ਕਰ ਲਿਆ। ਬਟ ਇੱਥੇ ਪ੍ਰੋਬਲਮ ਇਹ ਆਉਂਦੀ ਹੈ, ਹੁਣ ਲਾਅ ਸਾਡੇ ਖਿਲਾਫ ਵੀ ਹੈ ਥੋੜਾ ਜਿਹਾ, ਕਿ ਆਰਟੀਕਲ 122 ਦੇ ਵਿੱਚ ਇਹ ਲਿਖਿਆ ਕਿ ਜਿਹੜੀ ਵੀ ਪ੍ਰੋਸੀਡਿੰਗ ਪਾਰਲੀਮੈਂਟ 'ਚ ਹੋਊਗੀ ਉਹਨੂੰ ਤੁਸੀਂ ਸੁਪਰੀਮ ਕੋਰਟ 'ਚ ਚੈਲੰਜ ਨਹੀਂ ਕਰ ਸਕਦੇ, ਕਿਉਂਕਿ ਪਾਰਲੀਮੈਂਟ ਅਲੱਗ ਚੀਜ਼ ਹੈ ਔਰ ਸੁਪਰੀਮ ਕੋਰਟ ਅਲੱਗ ਚੀਜ਼ ਹੈ। ਬਟ ਜਿੱਥੇ ਫੰਡਾਮੈਂਟਲ ਰਾਈਟ ਜਾਂ ਵੈਲਫੇਅਰ ਪਬਲਿਕ ਨਹੀਂ ਹੈਗਾ, ਉੱਥੇ ਸੁਪਰੀਮ ਕੋਰਟ ਇੰਟਰਵੀਨ ਕਰ ਸਕਦੀ ਹੈ। ਹੁਣ ਸੁਪਰੀਮ ਕੋਰਟ ਤੇ ਡਿਪੈਂਡ ਕਰਦਾ ਕਿ ਉਹ ਕਿਹੜੇ ਲਹਿਜੇ ਨਾਲ ਇਸ ਕੇਸ ਨੂੰ ਲੈਂਦੇ ਨੇ। ਅਗਰ ਉਹ ਫੰਡਾਮੈਂਟਲ ਰਾਈਟ ਨਾਲ ਲੈਂਦੇ ਨੇ, ਹਿਊਮਨ ਰਾਈਟਸ ਨਾਲ ਲੈਂਦੇ ਨੇ, ਜਾਂ ਇਹ ਸੋਚਦੇ ਨੇ ਕਿ ਲੋਕਾਂ ਦੇ ਰਾਈਟਸ ਜਿਹੜੇ ਬਿਲਕੁਲ ਹੀ ਖਤਮ ਕਰਤੇ, ਉਹਨਾਂ ਦੀ ਪ੍ਰਾਪਰਟੀ ਸਨੈਚ ਕਰ ਲਿਆ, ਦੈਟ ਇਜ਼ ਆਲਸੋ ਰਾਈਟ। ਤੁਸੀਂ ਪ੍ਰਾਪਰਟੀ ਨੂੰ ਸਨੈਚ ਕਰ ਲਿਆ ਤਾਂ ਉਸ ਰਾਈਟ ਦੇ ਨੂੰ ਅਗੇਂਸਟ ਸੁਪਰੀਮ ਕੋਰਟ ਆਰਡਰ ਨੂੰ ਇਹਨਾਂ ਦੇ ਜਿਹੜੇ ਹੈਗੇ ਆ ਬਿਲਸ ਤਿੰਨਾਂ ਨੂੰ ਉਹਨਾਂ ਨੂੰ ਸੈਟੀਸਫਾਈਡ ਕਰ ਦੇਣਗੇ, ਅਲਟਰਾ ਵਾਇਰਸ ਡਿਕਲੇਅਰ ਕਰ ਦੋਗੀ, ਨਲ ਐਂਡ ਵਾਇਡ ਡਿਕਲੇਅਰ ਕਰ ਦੋ। ਬਟ ਪ੍ਰੋਬਲਮ ਫਿਰ ਉੱਥੇ ਦੀ ਉੱਥੇ ਹੀ ਰਹਿਣੀ ਹੈ ਕਿ ਉਹ ਦੁਬਾਰਾ ਉਹਨੂੰ ਅਮੈਂਡ ਕਰਕੇ ਦੁਬਾਰਾ ਲਿਆਉਣਗੇ, ਦੁਬਾਰਾ ਮੈਜੋਰਟੀ 'ਚ ਬੈਠੇ। ਤਾਂ ਇਹਦਾ ਅਸਲੀ ਤਰੀਕਾ ਜਿਹੜਾ ਹੈ ਇਹਨੂੰ ਚਲਾਉਣ ਦਾ, ਕਿ ਹੁਣ ਕਿਸਾਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਸਾਰੇ ਲੋਕ ਇਕੱਠੇ ਹੋਏ ਆ। ਮੈਨੂੰ ਲੱਗਦਾ ਹੈ ਦੁਨੀਆ 'ਚ ਸਭ ਤੋਂ ਵੱਡਾ ਮੇਲਾ ਹੀ ਸਭ ਨੂੰ ਲੱਗਿਆ, ਤੇ ਏਦਾਂ ਲੋਕ ਕਦੀ ਇਕੱਠੇ ਨਹੀਂ ਹੋਇਆ ਕਰਦੇ, ਇੰਨਾ ਕਦੀ ਜਾਤੀਵਾਦ ਤੋਂ ਬਾਅਦ ਨਿਕਲੇ ਹੋਏ ਲੋਕ ਮੈਂ ਦੇਖਿਆ, ਬੜਾ ਲੋਕ ਵਾਚ ਕਰਦਾ ਜਾਤੀਵਾਦ ਤੋਂ ਬਾਹਰ ਨਿਕਲੇ ਹੋਏ। ਪਰ ਇਹ ਏਦਾਂ ਹੀ ਨਿਕਲ ਕੇ ਇੱਕ ਦਿਨ ਇਹ ਪੋਲੀਟੀਕਲ ਪਾਰਟੀ ਬਣਾਉਣ,
ਆਪਣੀ ਜਿਹੜੀ ਧਿਰ ਹੈ ਹੂੰ ਉਹ ਪਾਰਲੀਮੈਂਟ ਤੇ ਵਿਧਾਨ ਸਭਾ 'ਚ ਜਿਹੜੇ ਵੀ ਸਟੇਟ ਦੀ ਹੂੰ ਵਿਧਾਨ ਸਭਾ ਜਿਹੜੀ ਵੀ ਸਟੇਟ ਦੀ ਆ ਪਾਰਲੀਮੈਂਟ 'ਚ ਇੰਟਰਵੀਨ ਕਰ ਉੱਥੇ ਆਪਣੇ 200 ਜਿੰਨੇ ਵੀ ਐਮਪੀ ਲਿਆ ਸਕਦੇ ਨੇ ਉਹ ਲਿਆਉਣ ਉਹਨਾਂ ਨੂੰ ਗਵਰਨਮੈਂਟ ਲਾਓ। ਗੱਲ ਤੇ ਇਹ ਹੈ ਨਾ, ਸਿੰਪਲ ਜਿਹਾ ਫਾਰਮੂਲਾ ਕਿ ਤੁਸੀਂ ਇਹ ਘਾਟਾ ਨਹੀਂ ਹੈਗਾ ਕਿ ਪੰਜਾਬ 'ਚ ਜਾਂ ਇੰਡੀਆ 'ਚ ਕੋਈ ਵੀ ਮੁੰਡੇ ਪੜ੍ਹੇ ਲਿਖੇ ਕਿਸਾਨਾਂ ਦੇ ਨਹੀਂ ਹੈ ਜਾਂ ਬਿਜ਼ਨਸਮੈਨ ਦੇ ਨਹੀਂ ਹੈ ਜਿਹੜੇ ਸਮਝਦਾਰ ਨਹੀਂ ਹੈ ਔਰ ਜਿਹੜੇ ਲਾਅ ਨੂੰ ਚਲਾ ਵੀ ਸਕਦੇ ਨੇ, ਹੂੰ ਚਲਾ ਸਕਦੇ ਨੇ। ਬਟ ਜਿਹੜੀਆਂ ਵੀ ਪੋਲੀਟੀਕਲ ਪਾਰਟੀਆਂ ਹੈ ਉਹ ਕਿਉਂ ਇਹੋ ਜਿਹੇ ਮਾੜੇ ਬੰਦਿਆਂ ਨੂੰ ਟਿਕਟਾਂ ਦਿੰਦੀਆਂ ਨੇ? ਕਿਉਂਕਿ ਉਹ ਆਪ ਪਹਿਲਾਂ ਵਿਕੇ ਹੋਏ ਨੇ। ਉਹ ਨਹੀਂ ਚਾਹੁੰਦੇ ਕਿ ਜਿਹੜਾ ਇੱਥੇ ਕੋਈ ਇੰਟੈਲੀਜੈਂਟ ਬੰਦਾ ਆਵੇ, ਇੱਥੇ ਕੋਈ ਸਮਝਦਾਰ ਬੰਦਾ ਆਵੇ ਜਿਹੜਾ ਕਿ ਇਹ ਸਾਡੀ ਪਾਰਲੀਮੈਂਟ ਦੀ ਜਿਹੜੇ ਅਸੀਂ ਮਨਸੂਬੇ ਲੈ ਕੇ ਆਏ ਹਾਂ ਉਹਨਾਂ ਨੂੰ ਭੰਗ ਕਰੇ। ਕਿਉਂਕਿ ਜਿਹੜਾ ਵੀ ਲਿਖਿਆ ਬੰਦਾ ਜਾਏਗਾ, ਇੰਟੈਲੀਜੈਂਟ ਅਰਥਸ਼ਾਸਤਰੀ ਜਾਏਗਾ, ਉੱਥੇ ਇਕਨੋਮਿਸਟ ਜਾਏਗਾ, ਟੌਪ ਕਲਾਸ ਦੇ ਲਾਇਰ ਜਾਣਗੇ, ਟੌਪ ਕਲਾਸ ਦੇ ਡਾਕਟਰ ਵੀ ਜਾਣਗੇ, ਵੱਡੇ ਵੱਡੇ ਕ੍ਰਿਸ਼ੀ ਵਿਗਿਆਨਿਕ ਵੀ ਜਾਣਗੇ ਪਾਰਲੀਮੈਂਟ 'ਚ। ਉਹ ਨਹੀਂ ਚਾਹੁੰਦੇ। ਜੇ ਜਾਣਗੇ ਸਾਡੇ ਬੰਦੇ ਉੱਤੇ ਤੇ ਉਹ ਕੁਐਸਚਨ ਪੁੱਟ ਕਰਨਗੇ ਤੇ ਪਾਰਲੀਮੈਂਟ ਲਾਅ ਪਾਸ ਨਹੀਂ ਕਰ ਸਕਦੇ ਜੀ। तो ਸਾਡੇ ਕੋਲ ਸਿਰਫ ਇੱਕੋ ਹੀ ਰਸਤਾ ਹੈ, ਪੋਲੀਟੀਕਲ ਬਣਾਓ, ਥਿੰਕ ਟੈਂਕ ਕ੍ਰੀਏਟ ਕਰੋ, ਛੋਟੇ ਵਪਾਰੀਆਂ ਵਾਸਤੇ, ਵੱਡੇ ਵਪਾਰੀਆਂ ਵਾਸਤੇ ਅਲੱਗ-ਅਲੱਗ ਯੂਨਿਟ ਬਣ, ਉਹ ਛੋਟੇ ਵਪਾਰੀਆਂ ਦਾ ਸੋਚਣ, ਵੱਡੇ ਵਪਾਰੀਆਂ ਦਾ ਸੋਚਣ, ਕਿਸਾਨਾਂ ਦਾ ਸੋਚਣ, ਜਨਤਾ ਆਮ ਜਨਤਾ ਜਿਹੜੇ ਦਿਹਾੜੀਦਾਰ ਮਜ਼ਦੂਰਾਂ ਦਾ ਸੋਚਣ। 5-7 ਇਸ ਤਰ੍ਹਾਂ ਦੇ ਵਿੰਗ ਬਣ ਜਿਹੜੇ ਆਪਸ ਚ ਥਿੰਕ ਟੈਂਕ ਹੋਣ, ਉਹ ਡਿਸਾਈਡ ਕਰਨ ਕਿ ਅਸੀਂ ਇਲੈਕਸ਼ਨ ਕਿਵੇਂ ਲੜਨਾ ਤੇ ਕਿਹੜੇ ਜਗ੍ਹਾ ਤੇ ਲੜਨਾ ਤੇ ਕਿਹੜੇ ਬੰਦੇ ਨੂੰ ਅਸੀਂ ਟਿਕਟ ਦੇਗੇ ਜੀ। ਤਾਂ ਹੀ ਪਾਰਲੀਮੈਂਟ ਚ ਐਂਟਰੀ ਹੋ ਸਕਦੀ ਹੈ। ਨਹੀਂ ਤਾਂ ਤੁਸੀਂ ਦੇਖੋ ਪੰਜਾਬ ਚ ਕੀ ਹੋ ਰਿਹਾ, ਆ ਤੋਤਾ ਸਿੰਘ ਹੈ ਜੀ, ਆ ਕਿੱਕਰ ਸਿੰਘ ਹੈ ਜੀ, ਆ ਫਲਾਨਾ ਸਿੰਘ ਹੈ ਜੀ, ਆ ਲੰਗਾ ਸਿੰਘ ਹੈ ਜੀ। ਇਹ ਕੀ ਮਤਲਬ ਕੀ ਹੈ? ਦੂਜੀ ਤੀਜੀ ਫੇਲ ਚੌਥੀ ਫੇਲ ਬੰਦੇ ਨੂੰ ਤੁਸੀਂ ਟਿਕਟ ਦੇ ਜਾਓਗੇ, 5-5 ਵਾਰ ਮੰਤਰੀ ਰਹਿ ਜਾਣਗੇ ਤੇ ਕੀ ਸੋਚਦੇ ਕਿ ਇਹ ਲੋਕ ਤੋਤੇ ਚਿੜੀਆਂ ਕਿੱਕਰ ਪਿੱਤਰ ਜਿਹੜੇ ਵੀ ਹੈਗੇ ਨੇ ਇਹ ਇਹਨਾਂ ਦੇ ਨਾਲ ਤੁਹਾਡਾ ਭਲਾ ਹੋ ਜਾਏਗਾ, ਇਹ ਕੰਟਰੀ ਚਲਾ ਦੇਣਗੇ। ਇੱਥੇ ਗਲਤੀ ਸਾਡੀ ਹੈ ਕਿ ਅਸੀਂ ਇਹੋ ਜਿਹੇ ਬੰਦਿਆਂ ਦੇ ਪਿੱਛੇ ਜਾ ਰਹੇ ਹਾਂ। ਕਿਉਂ ਜਾ ਰਹੇ ਹਾਂ? ਕਿਉਂਕਿ ਸਾਡੀ ਮਜਬੂਰੀ ਹੈ। ਸਾਡੀ ਮਜਬੂਰੀ ਹੈ ਕਿ ਸਾਡੇ ਕੋਲੇ ਵੋਟ ਤਾਂ 40 ਹੈ, ਜਿਹੜੀਆਂ 70 ਵੋਟਾਂ 60 ਵੋਟਾਂ ਦੂਸਰੀਆਂ ਉਸ ਫੋਰ ਸੇਲ। ਫਿਰ ਅਸੀਂ ਸੋਚਦੇ ਚਲੋ ਅਸੀਂ ਵੀ ਇਹਨਾਂ ਦੀ ਟਰਾਲੀ ਚੜ ਜਾਈਏ। ਅਲਟੀਮੇਟਲੀ ਰੌਲਾ ਤਾਂ ਹੀ ਹੈ ਨਾ, ਪੂਰੇ ਕੋਈ ਵੀ ਪੋਲੀਟੀਕਲ ਪਾਰਟੀ ਐਸੀ ਨਹੀਂ ਹੈ ਜਿਹੜੀ ਇਹ ਚਾਹੁੰਦੀ ਹੈ ਕਿ ਇਹਦੇ ਚ ਲਾਇਰ ਹੋਣ, ਇਹਦੇ ਚ ਵਕੀਲ ਆਉਣ, ਇਹਦੇ ਚ ਡਾਕਟਰ ਹੋਣ, ਇਹਦੇ ਚ ਇੰਜੀਨੀਅਰ ਆਉਣ, ਇਹਦੇ ਅਰਥਸ਼ਾਸਤਰੀ ਹੋਣ, ਇਕਨੋਮਿਸਟ ਆਉਣ, ਵੱਡੇ ਵੱਡੇ ਐਗਰੀਕਲਚਰਿਸਟ, ਵੱਡੇ ਵੱਡੇ ਡਾਕਟਰ ਯੂਨੀਵਰਸਿਟੀਆਂ ਦੇ ਆਉਣ। ਕੋਈ ਪੋਲੀਟੀਕਲ ਪਾਰਟੀ ਨਹੀਂ ਚਾਹੁੰਦਾ। ਉਹਨਾਂ ਨੂੰ ਸਿਰਫ ਚੌਥੀ ਪੰਜਵੀਂ ਪਾਸ ਬੰਦਾ ਚਾਹੀਦਾ ਹੈ ਜਿਹੜਾ ਉਹਨਾਂ ਦਾ ਬੋਝਾ ਢੋ ਸਕੇ, ਜਿਹੜਾ ਉਹਨਾਂ ਦੀ ਸਟੈਂਪ ਤੇ ਸਟੈਂਪ ਲਾ ਸਕੇ। ਔਰ ਇਹੀ ਰੀਜ਼ਨ ਸਾਡੀ ਡੈਮੋਕ੍ਰੇਸੀ ਫੇਲ ਹੁੰਦਾ ਹੈ। ਜਿੰਨਾ ਚਿਰ ਸਾਡੇ ਕਿਸਾਨ ਵੀਰ ਮੇਰੇ ਭਰਾ ਇਹ ਗੱਲ ਨਹੀਂ ਸੋਚਣਗੇ ਕਿ ਅਸੀਂ ਪਾਰਲੀਮੈਂਟ 'ਚ ਐਂਟਰੀ ਕਰਨੀ ਹੈ, ਪਰ ਅਸੀਂ ਬਹੁਤ ਵਧੀਆ ਬੰਦੇ ਪ੍ਰੋਡਿਊਸ ਕਰਕੇ ਪਾਰਲੀਮੈਂਟ 'ਚ ਲੈ ਕੇ ਜਾਣੇ ਆ, ਤਾਂ ਹੀ ਸਾਡੀ ਗੱਲ ਬਣਨੀ ਹੈ। ਨਹੀਂ ਤਾਂ ਇਹ ਬਿੱਲ ਅੱਜ ਬਣਾ ਲਓ, ਕੱਲ ਬਣਾ ਲਓ, 2 ਸਾਲ ਉੱਥੇ ਬੈਠੇ ਰਹੋ ਬਾਰਡਰ ਤੇ, ਉਹਦਾ ਪ੍ਰੈਸ਼ਰ ਜ਼ਰੂਰ ਬਣਿਆ ਰਹੂਗਾ ਬਟ ਸਾਨੂੰ ਕੋਈ ਬੈਨੀਫਿਟ ਨਹੀਂ ਹੋਊਗਾ। ਇਹ ਇਕੱਲਾ ਹੁਣ ਕਿਸਾਨਾਂ ਦਾ ਇਕੱਲਿਆਂ ਦਾ ਸਿਸਟਮ ਨਹੀਂ ਰਹਿ ਗਿਆ ਵੀ ਕਿਸਾਨ ਨੂੰ ਕੀ ਹੈ ਦੋਨੋਂ ਜਿੰਨੇ ਵੀ ਸਟੇਟ ਆ, ਸਟੇਟ ਦੀ ਪਾਵਰ ਖਤਮ ਹੋ ਗਈ, ਛੋਟਾ ਜ਼ਿਮੀਂਦਾਰ ਖਤਮ ਹੋ ਗਿਆ, ਆਲਮੋਸਟ ਵੱਡਾ ਤਾਂ ਸਰਵਾਈਵ ਕਰਦਾ ਰਹੇਗਾ, ਠੀਕ ਹੈ। ਛੋਟਾ ਜ਼ਿਮੀਂਦਾਰ ਤਾਂ ਬਿਲਕੁਲ ਹੀ ਖਤਮ ਹੋ ਜਾਏਗਾ, ਛੋਟਾ ਵਪਾਰੀ ਵੀ ਖਤਮ ਹੋ ਜਾਏਗਾ, ਜਿਹੜਾ ਦਿਹਾੜੀਦਾਰ ਮਜ਼ਦੂਰ ਹੈ, ਛੋਟਾ ਲੇਬਰ ਕਰਦਾ ਹੈ, ਛੋਟੀ ਮਜ਼ਦੂਰੀ ਕਰਦਾ, ਉਹ ਵੀ ਖਤਮ ਹੋ ਜਾਏਗਾ। ਦੱਸੋ ਇਹ ਲੋਕ ਉੱਥੇ ਜਾਣਗੇ? ਇਹ ਇਕੱਲੇ ਕਿਸਾਨ ਮੋਰਚੇ ਨੂੰ ਹੁਣ ਤੁਸੀਂ ਇਹ ਨਾ ਸਮਝੋ ਕਿਸਾਨ ਮੋਰਚਾ, ਇਹ ਆਮ ਜਨਤਾ ਦਾ ਮੋਰਚਾ ਹੈ। ਇਹਨੂੰ ਆਮ ਜਨਤਾ ਨੂੰ ਕਾਮਯਾਬ ਕਰਨਾ ਚਾਹੀਦਾ ਹੈ। ਉਹਨਾਂ ਨੂੰ ਸੋਚਣਾ ਚਾਹੀਦਾ ਕਿ ਸਾਨੂੰ ਡੈਮੋਕ੍ਰੈਟਿਕ ਸਿਸਟਮ ਚਲਾਉਣਾ ਹੈ। ਅਸੀਂ ਇਹ ਬਦਮਾਸ਼ ਤਾਂ ਪੂੰਜੀਪਤੀਆਂ ਨੂੰ ਸੰਸਦ ਚੋਂ ਬਾਹਰ ਸੁੱਟਣਾ ਹੈ ਔਰ ਅਸੀਂ ਲਾਲ ਕਿਲੇ ਤੇ ਝੰਡਾ ਚਲਾਉਣਾ ਹੈ। ਇਹ ਇਨਕਲਾਬ ਜਿਸ ਦਿਨ ਇੰਡੀਆ 'ਚ ਆਏਗਾ ਉਸੇ ਦਿਨ ਹੀ ਅਸੀਂ ਆਪਣੇ ਆਪ ਨੂੰ ਡੈਮੋਕ੍ਰੈਟਿਕ ਕੰਟਰੀ ਕਹਾਂਗੇ। ਅਸੀਂ ਅੱਜ ਬਿਲਕੁਲ ਜ਼ੀਰੋ ਪੋਜੀਸ਼ਨ 'ਚ ਹੈ। ਅਸੀਂ ਡੈਮੋਕ੍ਰੇਸੀ ਨੂੰ ਖੂਹ ਦੇ ਵਿੱਚ ਸਿੱਟਿਆ ਹੋਇਆ ਹੈ। ਅਸੀਂ ਵਿਕ ਚੁੱਕੇ ਹਾਂ, ਆਮ ਆਦਮੀ ਵਿਕ ਚੁੱਕਿਆ ਹੈ। ਕੁਝ ਬੰਦਿਆਂ ਦੀ ਮਜਬੂਰੀ ਹੈ, ਕੁਝ ਬੰਦੇ ਲਾਲਚ ਫਸ ਚੁੱਕੇ। ਜਿੰਨਾ ਚਿਰ ਇਸ ਸਿਸਟਮ ਨੂੰ ਅਸੀਂ ਖਤਮ ਨਹੀਂ ਤੁਸੀਂ ਬਿਲਕੁਲ ਵਾਰ-ਵਾਰ ਸਿਸਟਮ ਦੀ ਗੱਲ ਕਰ ਰਹੇ ਹੋ ਤੇ ਵੋਟਰਾਂ ਨੂੰ ਤੁਸੀਂ ਉਹਨਾਂ ਤੇ ਹੀ ਨਜ਼ਲਾ ਝਾੜ ਰਹੇ ਹੋ, ਪਰ ਸਿਸਟਮ ਵੀ ਬੰਦੇ ਬਣਾਉਂਦੇ ਨੇ ਜੀ ਜਦੋਂ ਉਹਨਾਂ ਕੋਲ ਵਿਕਲਪ ਕੋਈ ਮੌਜੂਦ ਨਾ ਹੋਵੇ। ਹੁਣ ਵਿਰੋਧੀ ਧਿਰ ਆਪਾਂ ਦੇਖ ਹੀ ਰਹੇ ਕਿੰਨੀ ਕੁ ਕਾਰਜਸ਼ੀਲ ਹੈ, ਕਿੰਨਾ ਕੁ ਮੁੱਦਾ ਚੁੱਕ ਰਹੀ ਹੈ, ਸਾਰੇ ਪਾਸੇ ਇੱਕੋ ਹੀ ਵਰਤਾਰਾ ਵਾਪਰ ਰਿਹਾ ਹੈ। ਜੇ ਆਪਾਂ ਤੁਸੀਂ ਉਹਨਾਂ ਧਿਰਾਂ ਦੀ ਵੀ ਨਿਸ਼ਾਨਦੇਹੀ ਕਰਤੀ ਕਿ ਸਿਰਫ ਕਿਸਾਨਾਂ 'ਤੇ ਹੀ ਇਹਦਾ ਅਸਰ ਨਹੀਂ ਪੈਣ ਵਾਲਾ, ਕਿਸਾਨੀ ਨਾਲ ਜੁੜੀਆਂ ਹੋਰ ਧਿਰਾਂ ਵੀ ਇਸ ਦੇ ਅਸਰ ਹੇਠ ਆਉਣਗੀਆਂ। ਮਜ਼ਦੂਰ ਨੇ, ਆੜ੍ਹਤੀਏ ਨੇ,
ਤੋਲੇ ਨੇ, ਝਾੜ ਲਾਉਣ ਵਾਲੇ ਨੇ, ਹੋਰ ਬਹੁਤ ਸਾਰਾ ਕੁਛ ਹੈ। ਇਹ ਸਾਰਾ ਕੁਛ ਇਹਨਾਂ ਬਿੱਲਾਂ ਨੇ, ਇਹਨਾਂ ਕਾਨੂੰਨਾਂ ਨੇ ਜਿਹੜੇ ਪਾਸ ਹੋਏ ਨੇ, ਕਾਟੇ ਹੇਠ ਲਿਆਂਦਾ ਜੀ। ਹੁਣ ਸਰਕਾਰ ਪਹਿਲਾਂ ਤਾਂ ਮੀਟਿੰਗਾਂ ਦੇ ਵਿੱਚ ਉਲਝਾਈ ਰੱਖਿਆ, ਉਹਦੇ ਵਿੱਚ ਕਿਸਾਨ ਆਗੂਆਂ ਨੇ ਹਰੇਕ ਨੁਕਤੇ ਦਾ ਜਵਾਬ ਦੇ ਕੇ ਮੰਤਰੀਆਂ ਨੂੰ ਲਾਜਵਾਬ ਕਰ ਦਿੱਤਾ। ਉਸ ਤੋਂ ਬਾਅਦ ਹੁਣ ਪਿਛਲੇ ਕੁਝ ਦਿਨਾਂ ਤੋਂ ਜੀ ਚਿੱਠੀਆਂ ਦਾ ਇੱਕ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ। ਕੇਂਦਰ ਦੇ ਜਿਹੜੇ IAS ਅਫਸਰ ਨੇ ਉਹ ਚਿੱਠੀਆਂ ਲਿਖ ਭੇਜਦੇ ਨੇ, ਕਿਸਾਨ ਆਗੂ 2 ਦਿਨ ਉਹਨਾਂ 'ਤੇ ਵਿਚਾਰ ਵਟਾਂਦਰਾ ਕਰਦੇ ਨੇ, ਫਿਰ ਉਹ ਚਿੱਠੀ ਦਾ ਜਵਾਬ ਦਿੰਦੇ ਨੇ। ਹੁਣ ਇਹ ਨਵਾਂ ਹੀ ਸਿਲਸਿਲਾ ਸ਼ੁਰੂ ਹੋ ਗਿਆ। ਇਹ ਡੈਡਲਾਕ ਕਿਵੇਂ ਖਤਮ ਹੋਏਗਾ ਜੀ? ਨਹੀਂ ਜੀ, ਗਵਰਨਮੈਂਟ ਇਹ ਚਾਹੁੰਦੀ ਕਿ ਇਹ ਲੰਬਾ ਚੱਲੇ। ਅਲਟੀਮੇਟਲੀ ਉਹਨਾਂ ਨੇ ਆਰਮੀ ਬੁਲਾਉਣੀ ਹੈ, ਆਰਮੀ ਬੁਲਾ ਕੇ ਇਹ ਇਹਨਾਂ ਨੂੰ ਉਠਾਉਣਗੇ ਕਿਸੇ ਨਾ ਕਿਸੇ। ਉਦੋਂ ਕਤਲੇਆਮ ਹੋਏਗੀ, ਲੋਕ ਮਰਨਗੇ, ਕੋਈ 4 ਜਵਾਨ ਮਰ ਜਾਣਗੇ, 4 ਜ਼ਿਮੀਂਦਾਰ ਮਰ ਜਾਣਗੇ, ਹੋਰ ਕੋਈ ਇਹਦੇ 'ਚ ਵੱਡਾ ਚੌੜਾ ਇਹਨਾਂ ਦਾ ਕੋਈ ਸਿਸਟਮ ਲੱਗਦਾ ਨਹੀਂ। ਕਿਉਂਕਿ ਇਹਨਾਂ ਨੇ ਟਰਾਇਲ ਆਪਣਾ ਕਰਕੇ ਦੇਖ ਲਿਆ ਕਿ ਅਸੀਂ ਆਰਮੀ ਯੂਜ਼ ਕਰਕੇ JNK ਨੂੰ ਅਸੀਂ ਦਰੁਸਤ ਕਰ ਲਿਆ, ਅਸੀਂ ਉੱਥੇ ਬੰਦੇ ਨਹੀਂ ਹਿੱਲਣ ਦਿੱਤੇ ਤੇ ਅਸੀਂ ਇੱਦਾਂ ਹੀ ਪੰਜਾਬ 'ਚ ਇੱਦਾਂ ਕਰ ਲਾਂਗੇ। ਬਟ ਪੰਜਾਬ ਔਰ JNK ਦਾ ਬਹੁਤ ਵੱਡਾ ਫਰਕ ਹੈ। JNK ਅੱਜ ਦੀ ਡੇਟ 'ਚ ਤੁਸੀਂ ਸਮਝੋਗੇ ਕਿ 0 ਪੋਜੀਸ਼ਨ ਤੇ ਆ ਗਿਆ। ਪਿਛਲੇ 2.5 ਸਾਲਾਂ 'ਚ ਉਹਨਾਂ ਕੋਲ ਸਿਰਫ ਰੋਟੀ ਪਾਣੀ ਖਾਣ ਦੇ ਪੈਸੇ ਨਹੀਂ। ਜਿਹੜੇ ਬੰਦਿਆਂ ਨੂੰ ਤੁਸੀਂ ਤਾੜ ਦੋ ਕਮਰੇ ਦੇ ਅੰਦਰ, ਉਹਨਾਂ ਕੋਲ ਕੰਮ ਨਾ ਹੋਵੇ, ਉਹਨਾਂ ਦਾ ਕੀ ਹਾਲ ਹੋਊਗਾ? ਇਹੀ ਇਹ ਪੰਜਾਬ ਔਰ ਹਰਿਆਣਾ ਨਾਲ ਕਰਨਾ ਚਾਹੁੰਦੇ ਨੇ, ਪੂਰੇ ਇੰਡੀਆ ਨਾਲ ਕਰਨਾ ਚਾਹੁੰਦੇ ਕਿ ਅਸੀਂ ਆਰਮੀ ਦੇ ਨਾਲ ਦਬਾ ਲਾਂਗੇ, ਵੀ ਪੁਲਿਸ ਨਾਲ ਦਬਾ ਲਾਂਗੇ। ਇਹ ਇੱਕ ਟਰਾਇਲ ਹੋਰ ਕਰਨਗੇ। ਅਗਰ ਅਸੀਂ ਲੋਕ ਦਬ ਗਏ ਤਾਂ ਇਹ ਫਿਰ ਸਮਝੋ ਕਿ ਸਾਡਾ ਡੈਮੋਕ੍ਰੈਟਿਕ ਕੰਟਰੀ ਖਤਮ ਹੋ ਗਿਆ। ਪਿਓਰਲੀ ਅਸੀਂ ਡਿਕਟੇਟਰਸ਼ਿਪ ਥੱਲੇ ਆ ਜਾਵਾਂਗੇ, ਜਿਹੜਾ ਇੱਕ ਬਹੁਤ ਡੇਂਜਰਸ ਜ਼ੋਨ ਚਲਾ ਜਾਊਗਾ ਜਿੱਥੋਂ ਅਸੀਂ ਨਿਕਲ ਨਹੀਂ ਪਾਵਾਂਗੇ। ਬਸ ਮੇਰੀ ਮੇਨ ਕੰਸਰਨ ਜਿਹੜੀ ਹੈ, ਮੈਂ ਵਾਰ-ਵਾਰ ਇਸ ਗੱਲ ਨੂੰ ਰਿਪੀਟ ਕਰ ਰਿਹਾ, ਤੁਸੀਂ ਵੀ ਦੇਖਿਆ ਹੋਣਾ ਪਿੱਛੇ ਆਪਣੇ ਮਸ਼ਹੂਰ ਸਿੰਗਰ ਨੇ, ਮੈਂ ਉਹਨਾਂ ਦਾ ਨਾਂ ਲੈ ਲੈਣਾ, ਮੁਹੰਮਦ ਸਦੀ, ਉਹਨੂੰ ਸੋਸ਼ਲ ਮੀਡੀਆ ਤੇ ਕਿਸੇ ਨੇ ਪੁੱਛਿਆ ਜੀ ਦੱਸੋ ਜੀ ਕੀ ਕਿਸਾਨ ਬਿੱਲ ਕੀ ਹੈ ਜਾਂ ਇਹਨਾਂ ਦੇ ਬਾਰੇ ਤੁਸੀਂ, ਉਹ ਕਹਿੰਦਾ ਜੀ ਮੇਰਾ ਤਾਂ ਮੋਢਾ ਦੁਖਦਾ ਸੀ, ਮੈਨੂੰ ਨਹੀਂ ਪਤਾ। ਦੋਸਤੋ, ਜਦੋਂ ਇਹੋ ਜਿਹੇ ਬੰਦੇ ਸਾਡੇ ਪਾਰਲੀਮੈਂਟ 'ਚ ਬੈਠਣਗੇ, ਇਹੋ ਜਿਹੇ ਬੰਦੇ ਵਿਧਾਨ ਸਭਾ 'ਚ ਬੈਠਣਗੇ ਜਿਨ੍ਹਾਂ ਦੇ ਮੋਢੇ ਦੁਖਦੇ ਨੇ, ਜਿਨ੍ਹਾਂ ਨੂੰ ਪਤਾ ਨਹੀਂ ਹੈ, ਅਸੀਂ ਫਿਰ ਤੂੰ ਤੇ ਕਿੱਕਰ ਲੰਗਾ ਸ਼ੰਗਾ ਇਹ ਜੋ ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਦੇਣੀਆਂ ਤੇ ਇਹੋ ਜਿਹੇ ਬੰਦਿਆਂ ਨੂੰ ਪਾਰਲੀਮੈਂਟ 'ਚ ਭੇਜਣਾ, ਤਾਂ ਭਾਈ ਇਹ ਡੈਮੋਕ੍ਰੇਸੀ ਦੀ ਆਸ ਨਾ ਰੱਖੋ, ਕੋਈ ਨਾ ਰੱਖੋ। ਅੱਜ ਸਾਡੇ ਕੋਲ ਬਹੁਤ ਵਧੀਆ ਮੌਕਾ ਹੈ, ਅਸੀਂ ਆਪਣੇ ਬੰਦੇ ਪ੍ਰੋਡਿਊਸ ਕਰ ਲਈਏ, ਕਿਸਾਨ ਆਪਣੇ ਬੰਦੇ ਪ੍ਰੋਡਿਊਸ ਕਰਨ, ਕੋਈ ਘਾਟਾ ਨਹੀਂ। ਇੰਨੇ ਇੰਟੈਲੀਜੈਂਟ ਮੁੰਡੇ ਕੁੜੀਆਂ, ਇੰਨੇ ਇੰਟੈਲੀਜੈਂਟ ਡਾਕਟਰ, ਲਾਇਰ, ਇੰਨੇ ਸਭ ਕੁਝ ਵਧੀਆ ਉੱਥੇ ਖੜੇ ਨੇ, ਬਾਰਡਰ ਤੇ ਖੜੇ ਨੇ, ਰਾਤ ਦਿਨ ਕੰਮ ਕਰ ਰਹੇ ਨੇ, ਸੇਵਾ ਕਰ ਰਹੇ ਨੇ। ਚੂਜ਼ ਕਰੋ, ਚੰਗੀ ਤਰ੍ਹਾਂ ਇੰਟਰਵਿਊ ਲਓ ਉਹਨਾਂ ਦੀ। ਜਿਹੜਾ ਬੰਦਾ ਡੈਮੋਕ੍ਰੇਸੀ ਵਾਸਤੇ ਫਿੱਟ ਹੈ ਉਸ ਬੰਦੇ ਨੂੰ ਟਿਕਟ ਦੇ ਕੇ ਪਾਰਲੀਮੈਂਟ 'ਚ ਵਾੜ ਦਿਓ। ਦੇਖੋ ਤੁਸੀਂ ਕਿਵੇਂ ਭੱਜਦੇ। ਪਾਰਲੀਮੈਂਟ 'ਚ ਅਸੀਂ ਵੜੇ ਨਹੀਂ, ਦੇ ਹੱਥ ਖੜੇ ਕਰ ਜਾਣਗੇ, ਫਿਰ ਅਸੀਂ ਆਪਣੇ ਹਿਸਾਬ ਨਾਲ, ਫਿਰ ਅਸੀਂ ਵੈਲਫੇਅਰ ਆਫ ਸੋਸਾਇਟੀ ਫਿਰ ਅਸੀਂ ਬਣਾਵਾਂਗੇ, ਨਾ ਕਿ ਇਹ ਬਣਾਉਣਗੇ। ਇੱਥੇ ਸੋਸਾਇਟੀ ਨਹੀਂ ਹੈਗੀ। ਇਹ ਸਿਸਟਮ ਨੂੰ ਤੁਸੀਂ ਦਰੁਸਤ ਕਰਨ ਦੀ ਗੱਲ ਕਰ ਰਹੇ ਹੋ ਕਿ ਸਿਸਟਮ ਦੇ ਵਿੱਚ ਜਿਹੜੇ ਨੁਕਸ ਨੇ, ਖਾਮੀਆਂ ਨੇ, ਉਹ ਦੂਰ ਕੀਤੀਆਂ ਜਾਣ। ਪਰ ਅਸੀਂ ਜੇ ਫੋਕਸ ਕਰੀਏ ਜੀ, ਜਿਹੜਾ ਮੌਜੂਦਾ ਕਿਸਾਨ ਅੰਦੋਲਨ ਹੈ, ਇਹਦਾ ਕੋਈ ਸੋਲੂਸ਼ਨ ਕੱਢਣਾ ਹੋਵੇ, ਇਹਦੇ 'ਚ ਸੁਪਰੀਮ ਕੋਰਟ ਦਖਲਅੰਦਾਜ਼ੀ ਕਰਕੇ, ਜਿਸ ਤਰ੍ਹਾਂ ਹੁਣ ਉਹਨਾਂ ਨੇ ਇੱਕ ਇਸ਼ਾਰਾ ਵੀ ਕੀਤਾ ਸੁਪਰੀਮ ਕੋਰਟ ਨੇ ਕਿ ਕਿਸਾਨਾਂ ਨੂੰ ਇੱਥੋਂ ਉਠਾਇਆ ਨਹੀਂ ਜਾ ਸਕਦਾ। ਇੱਕ ਲਾਅ ਦੇ ਸਟੂਡੈਂਟ ਨੇ ਕੋਈ ਪਟੀਸ਼ਨ ਪਾਤੀ, ਉਹਦੇ ਪਿੱਛੇ ਵੱਡੇ ਵਕੀਲ, ਨਾਮਵਰ ਵਕੀਲ ਜਿਹੜੇ ਖੜੇ ਨੇ, ਉਹਨਾਂ ਨੇ ਉਹ ਕੇਸ ਲੜਿਆ ਤੇ ਉਹਨੂੰ ਸ਼ਾਹੀਨ ਬਾਗ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਹਦੇ 'ਤੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ, ਤੁਸੀਂ ਸਾਰੇ ਫੈਸਲੇ ਨੂੰ ਸੁਣਿਆ। ਹੁਣ ਅੱਗੇ ਕੀ ਹੋਏਗਾ? ਇਹਦੇ 'ਚ ਆਪਾਂ ਨੂੰ ਸਭ ਤੋਂ ਵੱਡੀ ਉਮੀਦ ਜੇ ਆਪਾਂ ਸੁਪਰੀਮ ਕੋਰਟ 'ਤੇ ਰੱਖ ਰਹੇ ਹਾਂ, ਕਿਸਾਨ ਆਗੂ ਵੀ ਇਸ ਗੱਲ ਦੀ ਉਮੀਦ ਰੱਖ ਰਹੇ ਨੇ, ਦੇਸ਼ਾਂ ਵਿਦੇਸ਼ਾਂ 'ਚ ਵਸੇ ਜਿਹੜੇ ਲੋਕ ਨੇ, ਪੰਜਾਬੀ ਡਾਇਸਪੋਰਾ, ਉਹਨਾਂ ਨੂੰ ਵੀ। ਤੁਸੀਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਤੁਸੀਂ ਪਿਛਲੇ 20 ਸਾਲਾਂ ਤੋਂ ਵਕਾਲਤ ਕਰਦੇ ਆ ਰਹੇ ਹੋ। ਤੁਹਾਨੂੰ ਕੀ ਲੱਗਦਾ ਕੀ ਹੋਣ ਵਾਲਾ ਹੈ? ਇਹਦਾ ਕੋਈ ਕਾਨੂੰਨੀ ਹੱਲ ਦਿਸਦਾ ਤੁਹਾਨੂੰ? ਕਾਨੂੰਨੀ ਹੱਲ ਇਹ ਹੈ ਕਿ ਸੁਪਰੀਮ ਕੋਰਟ ਇਹ 'ਚ ਇੰਟਰਵੀਨ ਕਰੇਗੀ। ਫਾਰ ਦੀ ਟਾਈਮ ਬਿੰਗ ਇੱਕ ਵਾਰੀ ਤਾਂ ਸਟੇ ਕਰਨਗੇ ਹੀ ਕਰਨਗੇ। ਇਹ ਲੰਬਾ ਪ੍ਰੋਸੈਸ ਚੱਲੇਗਾ। ਸਟੇ ਕਰਨ ਤੋਂ ਬਾਅਦ ਕਿਸਾਨ ਵਾਪਸ ਆ ਜਾਣਗੇ। ਉਸ ਤੋਂ ਬਾਅਦ ਬਹੁਤ ਅੱਛੇ ਲਾਇਰ ਅੰਗੇਜ ਕੀਤੇ ਹੋਏ ਨੇ, ਇੰਟਰਵੀਨ ਕਰਨਗੇ। ਹੋਰ ਅੱਛੇ ਲਾਇਰ ਵੀ ਉੱਥੇ ਚਲੇ ਜਾਣਗੇ। ਇਹਨੂੰ ਬੜੇ ਵਧੀਆ ਤਰੀਕੇ ਨਾਲ ਕੇਸ ਨੂੰ ਲੜਿਆ ਜਾਊਗਾ, ਉਸ ਗੱਲ ਤੇ ਸਾਨੂੰ ਕੋਈ ਸ਼ੰਕਾ ਨਹੀਂ ਹੈ। ਪਰ ਉਹ ਸੁਪਰੀਮ ਕੋਰਟ ਦਾ ਡਿਸੀਜਨ ਕੀ ਆਉਂਦਾ ਹੈ, ਇਹ ਆਪਾਂ ਅੱਜ ਪ੍ਰੈਡਿਕਟ ਨਹੀਂ ਕਰ ਸਕਦੇ ਜੀ। ਆਪਾਂ ਨੂੰ ਬਾਈ ਜੀ ਇੱਥੇ ਹੁਣ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲਈ ਰੁਕਣਾ ਪੈਣਾ। ਬ੍ਰੇਕ ਤੋਂ ਬਾਅਦ ਇਹ ਗੱਲਬਾਤ ਅੱਗੇ ਜਾਰੀ ਰਹੇਗੀ। ਤੁਸੀਂ ਦੇਖ ਰਹੇ ਹੋ ਸਾਂਝਾ TV। ਅਸੀਂ ਜਲਦੀ ਵਾਪਸ ਆ ਕੇ ਗੱਲਬਾਤ ਅੱਗੇ ਜਾਰੀ ਰੱਖਦੇ ਹਾਂ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ। ਤੁਸੀਂ ਸਾਂਝਾ TV ਦੇਖ ਰਹੇ ਹੋ। ਮੈਂ ਤੁਹਾਡਾ ਹੋਸਟ ਗੁਰਬਾਜ ਸਿੰਘ ਬਰਾੜ ਮੁਖਾਤਬ ਹੋ ਰਿਹਾ। ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਅੱਜ ਸਾਡੀ ਗੱਲਬਾਤ ਹੋ ਰਹੀ ਹੈ
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਗੁਰਜੀਤ ਸਿੰਘ ਕੌੜਾ ਦੇ ਨਾਲ। ਗੁਰਜੀਤ ਸਿੰਘ ਕੌੜਾ ਜਿੱਥੇ ਪਿਛਲੇ 20 ਸਾਲਾਂ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਕਰਦੇ ਆ ਰਹੇ ਨੇ, ਉੱਥੇ ਉਹ ਹਰਿਆਣੇ ਦੀ ਸਿਆਸਤ ਦੇ ਵਿੱਚ ਵੀ ਸਰਗਰਮ ਰਹੇ ਨੇ। ਆਪਾਂ ਉਹਨਾਂ ਦੇ ਇਸ ਤਜਰਬੇ ਤੋਂ ਵੀ ਜਾਣੂ ਹੋਣਾ ਕਿਸ ਤਰ੍ਹਾਂ ਉਹਨਾਂ ਨੇ ਸਿਆਸਤ ਦੀ ਗੱਲ ਕੀਤੀ ਕਿ ਪਾਰਲੀਮੈਂਟ ਦੇ ਵਿੱਚ ਜਿੰਨਾ ਚਿਰ ਪੜ੍ਹੇ ਲਿਖੇ ਵਕੀਲ, ਡਾਕਟਰ, ਅਰਥ ਸ਼ਾਸਤਰੀ ਨਹੀਂ ਪਹੁੰਚਦੇ, ਉਹਨਾਂ ਚਿਰ ਅਜਿਹੇ ਕਾਨੂੰਨ ਆਉਂਦੇ ਰਹਿਣਗੇ। ਬਾਈ ਜੀ, ਤੁਸੀਂ ਹਰਿਆਣੇ ਦੇ ਵਿੱਚ ਸਿਆਸਤ ਵਿੱਚ ਸਰਗਰਮ ਰਹੇ ਹੋ। ਇਹ ਜਿਹੜਾ ਮੌਜੂਦਾ ਅੰਦੋਲਨ ਚੱਲ ਰਿਹਾ, ਇਹਨੂੰ ਦੁਨੀਆ ਇੱਕ ਨਵੇਂ ਹੁੰਗਾਰੇ ਦੇ ਰੂਪ ਵਿੱਚ ਦੇਖ ਰਹੀ ਹੈ, ਨਵੇਂ ਇਨਕਲਾਬ ਦੇ ਰੂਪ ਵਿੱਚ ਦੇਖ ਰਹੀ ਹੈ। ਜੇ ਆਪਾਂ ਪੰਜਾਬ ਤੇ ਹਰਿਆਣੇ ਦੀ ਦੋਹਾਂ ਸੂਬਿਆਂ ਦੀ ਹੀ ਗੱਲ ਕਰੀਏ ਤਾਂ ਦੋਹਾਂ ਸੂਬਿਆਂ ਦੀ ਬੜੀ ਭਰਵੀਂ ਸ਼ਮੂਲੀਅਤ ਹੈ ਇਸ ਅੰਦੋਲਨ ਦੇ ਵਿੱਚ। ਹਜ਼ਾਰਾਂ ਲੋਕ ਪੰਜਾਬ ਤੇ ਹਰਿਆਣੇ ਤੋਂ ਦਿੱਲੀ ਦੀਆਂ ਸਰਹੱਦਾਂ ਮੱਲੀ ਬੈਠੇ ਨੇ। ਇਸ ਅੰਦੋਲਨ ਦਾ ਪੰਜਾਬ ਤੇ ਹਰਿਆਣੇ ਦੀ ਸਿਆਸਤ ਤੇ ਕੀ ਅਸਰ ਪੈਣ ਵਾਲਾ ਹੈ? ਦੇਖੋ, ਅੱਜ ਦੀ ਡੇਟ ਦੇ ਵਿੱਚ ਬੜਾ ਅੱਛਾ ਸਵਾਲ ਤੁਸੀਂ ਪੁੱਛਿਆ ਕਿ ਅੱਜ ਦੀ ਡੇਟ ਵਿੱਚ ਜਿੰਨੇ ਵੀ ਪੰਜਾਬ ਤੇ ਹਰਿਆਣੇ ਦੇ ਲੋਕ ਨੇ, ਇੰਨਾ ਨਿੱਘਾ ਪਿਆਰ ਤੇ ਇੰਨਾ ਨਿੱਘ ਦਿਖਾ ਰਹੇ ਨੇ ਆਪਸ 'ਚ। ਇਸ ਨਿੱਘ ਦੀ ਸਾਨੂੰ ਬੜੇ ਸਾਲਾਂ ਤੋਂ ਆਸ ਸੀ ਤੇ ਉਮੀਦ ਸੀ, ਤੇ ਇਹ ਨਿੱਘ ਜਿਹੜਾ ਨਾ ਬੜਾ ਅੱਛਾ ਰਿਜ਼ਲਟ ਦੇਗਾ। ਇਹ ਨਿੱਘ ਨੇ ਸਾਨੂੰ ਜਿਹੜੇ ਵਿਗਾੜ ਪਾਏ ਸੀ ਸੋਸਾਇਟੀ ਦੇ ਵਿੱਚ, ਇਹ ਨਿੱਘ ਉਹ ਵਿਗਾੜਾਂ ਨੂੰ ਖਤਮ ਕਰ ਦੇਗਾ। ਤੁਸੀਂ ਜਾ ਕੇ ਦੇਖੋ ਉੱਥੇ ਕਿ ਇੰਨਾ ਲੋਕ ਪਿਆਰ ਕਰਦੇ ਨੇ ਆਪਸ 'ਚ। ਇਹ ਹਰਿਆਣਾ ਪੰਜਾਬ, ਉਹ ਲੱਗਦਾ ਹੀ ਨਹੀਂ ਹੈ ਕਿ ਕਦੀ ਇਹਨਾਂ ਦੇ ਕੋਈ ਡਿਸਪਿਊਟ ਰਿਹਾ ਹੋਊਗਾ ਜਾਂ ਇਹਨਾਂ ਦਾ ਕੋਈ ਜਾਤੀਵਾਦ ਹੋਊਗਾ। ਮਤਲਬ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ ਐਡੇ ਵੱਡੇ ਹੋ ਕੇ ਕਿ ਉਹ ਕਨਸੈਪਟ ਦੂਰ ਹੋ ਗਿਆ ਲੋਕਾਂ ਦੇ ਮਨ ਦੇ ਵਿੱਚੋਂ ਕਿ ਅਸੀਂ ਜਾਤੀਵਾਦ ਚੋਂ ਨਿਕਲ ਗਏ। ਚਾਹੇ ਇਸ ਬਿੱਲ ਦੇ ਰਾਹੀਂ ਹੋ ਗਿਆ, ਚਾਹੇ ਸਾਡੀ ਕਿਸਮਤ ਦੇ ਨਾਲ ਹੋ ਗਿਆ, ਜਾਂ ਇਹਨਾਂ ਦੇ ਜਿਹੜੇ ਵੱਡੇ ਘਰਾਣਿਆਂ ਦੇ ਮਾੜੇ ਦਿਨ ਸ਼ੁਰੂ ਹੋ ਗਏ। ਮੈਂ ਤਾਂ ਮਾੜੇ ਦਿਨ ਕਹੂੰਗਾ, ਕਿਉਂਕਿ ਅਗਰ ਇਹ ਲੋਕ ਇਕੱਠੇ ਹੋਏ ਨੇ, 70% ਲੋਕ ਜ਼ਿਮੀਂਦਾਰ ਹੈ, ਉਹਦੇ ਵਿੱਚ ਛੋਟੇ ਇੰਡਸਟਰੀਲਿਸਟ ਵੀ ਹੈ ਇਹਦੇ ਵਿੱਚ। ਜੇ 70-80% ਲੋਕ ਇਕੱਠੇ ਹੋ ਜਾਂਦੇ ਆ ਤਾਂ 20% ਲੋਕ ਜਿਹੜੇ, ਜੇ ਅਸੀਂ ਸਰਮਾਏਦਾਰੀ ਸਮਝ ਵੀ ਲਈਏ, ਉਹ 70% ਨੂੰ ਖਰਾਬ ਨਹੀਂ ਕਰ ਸਕਦੇ। ਪਰ ਸਾਨੂੰ ਜ਼ਰੂਰਤ ਜਿਹੜੀ ਆ ਅੱਜ ਇਕੱਠ ਹੋਇਆ ਹਰਿਆਣਾ ਪੰਜਾਬ ਦਾ, ਇਹ ਬੜੀ ਖੁਸ਼ੀ ਦੀ ਗੱਲ ਹੈ। ਇਹ ਇਕੱਠ ਹਮੇਸ਼ਾ ਬਣਿਆ ਰਹੇ, ਹੋਰ ਸਟੇਟਾਂ ਵੀ ਏਦਾਂ ਹੀ ਨਾਲ ਜੁੜਦੀਆਂ ਰਹਿਣ, ਜਾਤੀਵਾਦ ਤੋਂ ਪਰੇ ਰਹਿਣ, ਧਰਮਵਾਦ ਤੋਂ ਪਰੇ ਰਹਿਣ। ਇਹ ਪਾਰਲੀਮੈਂਟ ਤਾਂ ਮੰਦਰ ਗੁਰਦੁਆਰੇ ਤਰ੍ਹਾਂ ਚੱਲੂਗੀ, ਜੇ ਨਾ ਚੱਲੇ ਮੈਨੂੰ ਫੜ ਲਿਆ। ਵੱਡੇ ਮੰਦਰ ਗੁਰਦੁਆਰੇ ਤਰ੍ਹਾਂ ਹੀ ਚੱਲਣੀ ਚਾਹੀਦੀ ਹੈ, ਪਰ ਇਹ ਚੱਲਣ ਨਹੀਂ ਦਿੰਦੇ ਵੱਡੇ ਘਰਾਣੇ। ਵੱਡੇ ਘਰਾਣਿਆਂ ਨੇ ਇਹਨਾਂ ਨੂੰ ਲੁੱਟ ਲਿਆ, ਸਾਨੂੰ ਖਰਾਬ ਕੀਤਾ, ਸਾਡੇ ਵਿੱਚ ਇੱਕ ਬੀਜ ਪੈਦਾ ਕਰ ਦਿੱਤਾ ਇੱਕ ਕਿ ਅਸੀਂ ਜਾਤੀਵਾਦ ਦੇ ਵਿੱਚ ਕੋਲ ਕੇ ਮਰ ਜਾਈਏ, ਔਰ ਆਮ ਜਨਤਾ ਇਸ ਜਾਤੀਵਾਦ 'ਚ ਕੋਲ ਕੇ ਮਰੀ ਹੈ। ਪਰ ਜਦੋਂ ਹੁਣ ਤੁਸੀਂ ਅੱਜ ਬਾਰਡਰ ਤੇ ਜਾਂਦੇ ਹੋ ਦਿੱਲੀ ਤੇ ਅੱਜ ਤੁਹਾਨੂੰ ਇਹ ਲੱਗਦਾ ਕਿ ਸ਼ਾਇਦ ਲੋਕ ਜਾਤੀਵਾਦ ਭੁੱਲ ਗਏ। ਇੱਕ ਨਵੀਂ ਬੜੀ ਪਿਆਰੀ ਕਿਰਨ ਜਾਗੀ ਹੈ। ਬਿਲਕੁਲ ਜੀ, ਉਮੀਦ ਦੀ ਨਵੀਂ ਕਿਰਨ ਜਾਗੀ ਹੈ। ਤੁਸੀਂ ਗੱਲਬਾਤ ਕੀਤੀ ਕਿ ਲੋਕ ਬੜੇ ਜਾਗਰੂਕ ਹੋ ਰਹੇ ਨੇ। ਹੁਣ ਵੱਡੇ ਘਰਾਣਿਆਂ ਦੇ ਕਾਰੋਬਾਰਾਂ ਦੇ ਬਾਈਕਾਟ ਦੇ ਸੱਦੇ ਆ ਰਹੇ ਨੇ, ਜੀਓ ਦੇ ਟਾਵਰ ਬੰਦ ਕੀਤੇ ਜਾ ਰਹੇ ਨੇ, ਕਨੈਕਸ਼ਨ ਕੱਟੇ ਜਾ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਤਾਕੀਦ ਕਰ ਚੁੱਕੇ ਨੇ ਕਿ ਸੰਜਮ ਤੋਂ ਕੰਮ ਲਵੋ, ਦੂਰ ਸੰਚਾਰ ਸੇਵਾਵਾਂ ਦੇ ਵਿੱਚ ਵਿਘਨ ਨਾ ਪਾਓ, ਨੰਬਰ ਪੋਰਟ ਹੋ ਰਹੇ ਨੇ। ਸੋ ਇਹ ਜਿਹੜਾ ਸੇਕ ਤਾਂ ਵੱਡੀਆਂ ਕੰਪਨੀਆਂ ਨੂੰ, ਵੱਡੇ ਘਰਾਣਿਆਂ ਨੂੰ ਲੱਗਣਾ ਸ਼ੁਰੂ ਹੋ ਗਿਆ, ਇਹਦਾ ਕਿੰਨਾ ਕੁ ਅਸਰ ਪਏਗਾ? ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਸਿਵਲ ਵਾਰ ਹੋ ਜਾਣੀ ਇੰਡੀਆ 'ਚ ਜੇ ਗਵਰਨਮੈਂਟ ਨੇ ਨਾ ਸੰਭਾਲਿਆ। ਦੀਜ਼ ਆਰ ਦੀ ਸਾਈਨ ਆਫ ਸਿਵਲ ਵਾਰ। ਇਹ ਸਿਵਲ ਵਾਰ ਦੇ ਸਾਈਨ ਅੱਜ ਟਾਵਰਾਂ ਦੇ ਚੜ੍ਹੇ, ਕੱਲ੍ਹ ਨੂੰ ਇਹਨਾਂ ਦੀਆਂ ਫੈਕਟਰੀਆਂ ਢਾਹ ਦੇਣਗੇ, ਪਰਸੋਂ ਇਹਨਾਂ ਦੇ ਪੈਟਰੋਲ ਪੰਪਾਂ ਨੂੰ ਅੱਗ ਲਾ ਦੇਣਗੇ। ਕੀ ਕਰ ਲਓਗੇ ਤੁਸੀਂ? ਲੋਕ ਅੰਦਰ ਚਲੇ ਜਾਣਗੇ, ਇਹ ਤਾਂ ਸਾਰਾ ਸਿਸਟਮ ਖਤਮ ਹੋ ਜਾਏਗਾ। ਸਿਵਲ ਵਾਰ ਕਿਹਨੂੰ ਕਹਿੰਦੇ? ਅਸੀਂ ਨਹੀਂ, ਜਦੋਂ ਲੋਕ ਰੋਡ ਤੇ ਆ ਕੇ ਦੈਟ ਇਜ਼ ਸਿਵਲ ਵਾਰ। ਗਵਰਨਮੈਂਟ ਨੂੰ ਜੇ ਹੁਣ ਵੀ ਸਮਝ ਨਹੀਂ ਆਉਂਦੀ ਤੇ ਫਿਰ ਕਦੋਂ ਗੱਲ ਸਮਝ ਆ ਜਾਊਗੀ? ਇੱਕ ਸਿੰਪਲ, ਅਸੀਂ ਤੁਹਾਨੂੰ ਵੋਟ ਕੀਤੀ ਹੈ, ਤੁਸੀਂ ਸਾਡੀ ਗੱਲ ਸੁਣਨ ਨੂੰ ਕਿਉਂ ਤਿਆਰ ਨਹੀਂ ਹੈ? ਸਰਕਾਰ ਅਸੀਂ ਬਣਾਈ ਹੈ ਨਾ, ਸਾਡੀ ਵੋਟਾਂ ਨੂੰ ਬਣੀ ਹੈ, ਤੇ ਸਾਡੀ ਗੱਲ ਸੁਣਨ ਨੂੰ ਕਿਉਂ ਤਿਆਰ ਨਹੀਂ ਹੈ? ਇਹ ਤਾਂ ਮਾੜੀ ਮਾਨਸਿਕਤਾ ਦਾ ਇੱਕ ਸਾਈਨ ਹੈ ਜਿਹੜਾ ਗਵਰਨਮੈਂਟ ਦਿਖਾ ਰਹੀ ਹੈ। ਗਵਰਨਮੈਂਟ ਨੂੰ ਆਰਾਮ ਨਾਲ ਬਹਿ ਕੇ ਗੱਲ ਕਰਨੀ ਚਾਹੀਦੀ ਹੈ। ਇਹਨੂੰ ਅਮੈਂਡਮੈਂਟ ਕਰੋ, ਇਹਨੂੰ ਵਾਪਸ ਲਓ। ਤੁਸੀਂ ਪਹਿਲੀ ਗੱਲ ਬਿਨਾਂ ਪੁੱਛੇ ਲਾਅ ਬਣਾਇਆ ਕਿਉਂ? ਚਲੋ ਤੁਹਾਡੇ ਤੋਂ ਗਲਤੀ ਹੋ ਗਈ, ਤੁਸੀਂ ਬੈਠ ਕੇ ਉਹਨੂੰ ਸੁਧਾਰ ਲਓ। ਜੇ ਪ੍ਰਧਾਨ ਮੰਤਰੀ ਜਾਂ ਪਾਰਲੀਮੈਂਟ ਆ, ਉਹ ਸਾਡਾ ਇੱਕ ਘਰ ਹੀ ਹੈ, ਉਹ ਸਾਡਾ ਮੁਖੀਆ ਹੈ, ਉਹ ਸਾਡੀ ਫੈਮਿਲੀ ਦਾ, ਪਰਿਵਾਰ ਦਾ ਹੈਡ ਹੈ। ਜੇ ਸਾਡੇ ਹੈਡ ਦਾ ਦਿਮਾਗ ਨਹੀਂ ਕੰਮ ਕਰਦਾ ਤਾਂ ਹੋਰ ਬੰਦੇ ਉੱਥੇ ਖੜੇ ਕਰ ਲਓ। ਜੇ ਉਹ ਵੀ ਕੰਮ ਨਹੀਂ ਕਰਦੇ ਤਾਂ ਨਵੇਂ ਬੰਦੇ ਲੈ ਕੇ ਆਓ। ਸਿੰਪਲ ਜੀ ਗੱਲ ਹੈ। ਅੱਜ ਦੀ ਤਰੀਕ 'ਚ
ਕੌੜਾ ਜੀ, ਇਹ ਬੰਦੇ ਲਿਆਉਣੇ ਅਜੇ ਏਡੀ ਸੌਖਾ ਵਾਲੇ ਨਹੀਂ ਕਿ ਹੁਣੇ ਆਪਾਂ ਸਾਰਾ ਕੁਝ ਬਦਲ ਦਈਏ, ਨਹੀਂ ਸਿਸਟਮ ਨਹੀਂ ਬਦਲਿਆ ਹੋਣਾ, ਜਾਏ। ਪਾਰਲੀਮੈਂਟ ਜੀ ਦੇ ਇਲੈਕਸ਼ਨਾਂ 'ਚ ਹੀ ਹੋਣਾ ਹੈ, ਪਰ ਇਸ ਰੇਸ ਲੰਬਾ ਚਲਾਉਣਾ ਪੈਣਾ ਹੈ। ਉਹਨੇ ਦਿਨ ਤੱਕ ਸਿਵਲ ਵਾਰ ਦੀ ਜਿਹੜੀ ਆ ਟਾਵਾ ਟੂਵਾ ਢਾਣੇ ਸ਼ੁਰੂ ਹੋ ਗਏ ਨੇ। ਇਹ ਇੱਕ ਸਾਈਨ ਹੈ, ਇਹ ਬੜਾ ਮਾੜਾ ਸਾਈਨ ਹੈ, ਸੁਸਾਇਟੀ ਵਾਸਤੇ ਵੀ ਮਾੜਾ, ਲੋਕਾਂ ਵਾਸਤੇ ਵੀ ਮਾੜਾ ਤੇ ਗਵਰਨਮੈਂਟ ਵਾਸਤੇ ਵੀ ਮਾੜਾ। ਬਹੁਤ ਇਹ ਇਸ ਵੱਡੇ ਪਾਸੇ ਨਹੀਂ ਵਧਣਾ ਚਾਹੀਦਾ ਜੀ। ਅਸੀਂ ਤਾਂ ਚਾਹੁੰਦੇ ਨਹੀਂ ਹਾਂ ਕਿ ਵਧਣਾ ਇਹਦਾ ਕੋਈ ਚਾਹੀਦਾ, ਬਿਲਕੁਲ ਨਹੀਂ ਹੱਲ ਵਧਣਾ ਪਹਿਲਾਂ ਚਾਹੀਦਾ। ਨਿਕਲੇ। ਬਟ ਲੋਕਾਂ ਦੇ ਜਦੋਂ ਮਜਬੂਰੀਆਂ ਹੋ ਜਾਂਦੀਆਂ ਹੈ ਤਾਂ ਫਿਰ ਲੋਕ ਇਹੋ ਜਿਹੇ ਕੰਮ ਕਰਦੇ ਨੇ। ਇਹਦੇ ਨਾਲ ਫਿਰ ਲੋਕ ਇਹ ਕੰਮ ਕਰਨਗੇ, ਸਰਕਾਰ ਰਿਟੈਲੀਏਟ ਕਰੇਗੀ, ਕੋਈ 4 ਬੰਦੇ ਮਰ ਜਾਣਗੇ, ਕੋਈ 100-200 ਬੰਦੇ ਮਰ ਜਾਣਗੇ, ਉਹਦਾ ਨੁਕਸਾਨ ਹੋਗਾ। ਇਸ ਕਰਕੇ ਗਵਰਨਮੈਂਟ ਨੂੰ ਬੜੇ ਹੀ ਸੰਜੀਦੇ ਢੰਗ ਨਾਲ ਸੋਚਣਾ ਚਾਹੀਦਾ ਹੈ ਕਿ ਉਹਨਾਂ ਨੂੰ ਪਹਿਲਾਂ ਜ਼ਿਮੀਂਦਾਰਾਂ ਨਾਲ, ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ। ਅਗਰ ਗੱਲ ਨਹੀਂ ਸਿਰੇ ਚੱਲਦੀ, ਕੋਈ ਗੱਲ ਨਹੀਂ, 2-3 ਸਾਲ ਸਾਡਾ ਕੀ ਵਿਗਾੜ ਲੈਣਗੇ ਕਿਸਾਨਾਂ ਦਾ। ਪਾਰਲੀਮੈਂਟ ਸਾਨੂੰ, ਅਸੀਂ ਕੰਟਰੈਕਟ ਫਾਰਮ ਤੇ ਸਾਈਨ ਕਰਾਂਗੇ ਤਾਂ ਹੀ ਕੁਝ ਵਿਗਾੜਨਗੇ ਨਾ, ਉਹਦਾ ਕੀ ਕਰ ਲੈਣਗੇ। ਫਸਲ ਜ਼ਿਮੀਂਦਾਰ ਪੰਜਾਬ ਦਾ, ਹਰਿਆਣੇ ਦਾ, MP ਦਾ, UP ਦਾ ਜਲਦੀ ਭੁੱਖਾ ਨਹੀਂ ਮਰਦਾ। ਕੋਈ ਵੱਡੀ ਗੱਲ ਨਹੀਂ ਹੈਗੀ 2-4 ਸਾਲ, 2 ਸਾਲ ਕੱਢ ਲੂਗੀ। ਅਗਲੇ ਇਲੈਕਸ਼ਨ ਢਾਲੋ, ਤੁਸੀਂ ਇਲੈਕਸ਼ਨ ਲੜੋ, ਬਸ ਮਿਹਨਤ ਨਾਲ ਲੜੋ। ਕਾਮਯਾਬ ਬੰਦੇ ਇੰਨੇ ਵਧੀਆ ਟੌਪ ਕਲਾਸ, ਮੈਂ ਦੇਖਿਆ ਬੀਬੀਆਂ ਇੰਨਾ ਸੋਹਣਾ ਸੋਹਣਾ ਉੱਥੇ ਬੋਲਦੀਆਂ ਨੇ, ਇੰਨਾ ਜਜ਼ਬਾ ਬੀਬੀਆਂ ਦੇ ਵਿੱਚ, ਬਹੁਤ ਵੱਡੀ ਗੱਲ ਹੈ। ਔਰ ਇਹ ਪਹਿਲੀ ਵਾਰ ਦੇਖਣ 'ਚ ਲੱਗਿਆ ਕਿ ਇੰਨੀਆਂ ਬੀਬੀਆਂ ਉੱਥੇ ਗਈਆਂ ਹੋਈਆਂ ਔਰ ਜੋ ਬਹੁਤ ਸੋਹਣਾ ਬੋਲਦੀਆਂ ਨੇ, ਜਿਨ੍ਹਾਂ ਦਾ ਇੰਨਾ ਤਜਰਬਾ ਹੈ, ਜਿਹੜਾ ਲੌਜੀਕਲੀ ਗੱਲ ਕਰਦੀਆਂ ਨੇ, ਉਹ ਕਿੰਨੀ ਵਧੀਆ ਗੱਲ ਹੈ ਸਾਡੀ ਡੈਮੋਕ੍ਰੇਸੀ ਵਾਸਤੇ। ਸਾਨੂੰ ਤਾਂ ਉਹੋ ਜਿਹੇ ਬੰਦੇ ਚਾਹੀਦੇ ਨੇ, ਬਿਲਕੁਲ। ਸਾਨੂੰ ਜਾਤੀਵਾਦ ਨਹੀਂ ਚਾਹੀਦਾ। ਜਾਤੀਵਾਦ ਤਾਂ ਇਹ ਲੋਕ ਕ੍ਰੀਏਟ ਕਰਦੇ ਨੇ, ਵੱਡੇ ਘਰਾਣੇ, ਇਹਨਾਂ ਨੇ ਕ੍ਰੀਏਟ ਕੀਤਾ। ਥੱਲੇ ਉਹਦੀ ਫਾਰਮਿੰਗ ਕਰੀ ਜਾਂਦੇ ਨੇ, ਉਹ ਲੋਕ ਜਾਤੀਵਾਦ ਦੀ ਚਪੇਟ 'ਚ ਆਈ ਜਾਂਦੇ ਨੇ। ਸਾਨੂੰ ਕੰਮ ਚਾਹੀਦਾ, ਛੋਟੇ ਬੰਦੇ ਨੂੰ ਵੀ ਚਾਹੀਦਾ, ਵੱਡੇ ਨੂੰ ਵੀ ਬੰਦੇ ਨੂੰ ਚਾਹੀਦਾ। ਹਰ ਬੰਦਾ ਟੈਕਸ ਦੇਣ ਨੂੰ ਤਿਆਰ ਹੈ। ਕੰਟਰੀ ਸਾਡਾ ਹੈ, ਅਸੀਂ ਚਲਾਉਣਾ ਹੈ। ਪਰ ਇਹ ਜੇ 10-20 ਘਰਾਣੇ ਇਹ ਸੋਚਣ ਦੀ ਕੰਟਰੀ ਉਹਨਾਂ ਦੇ ਪਿਓ ਦਾ ਹੈ, ਉਹਨਾਂ ਦੇ ਪਿਓ ਦਾ ਨਹੀਂ ਹੈ। ਇਹ ਸਾਰੇ ਇੰਡੀਆ ਦਾ ਲੋਕਾਂ ਦਾ ਕੰਟਰੀ ਹੈ। ਇਹਨਾਂ ਨੂੰ ਇੰਨਾ ਸੌਖਾ ਇਹਨਾਂ ਨੇ ਖੋਇਆ ਨਹੀਂ ਜਾਣਾ। ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਇਹ ਖੋਇਆ ਨਹੀਂ ਜਾਣਾ। ਜਿੰਨੇ ਮਰਜ਼ੀ ਲਾਅ ਬਣਾ ਜਾਣ, ਕੁਛ ਨਹੀਂ ਹੋਣਾ। ਲਾਅ ਇੰਪਲੀਮੈਂਟ ਤਾਂ ਹੀ ਗਵਰਨਮੈਂਟ ਕਰ ਸਕਦੀ ਹੈ ਜੇ ਉਹ ਲਾਅ ਲੌਜੀਕਲੀ ਵੈਲਫੇਅਰ ਆਫ ਦੀ ਸੋਸਾਇਟੀ ਹੈ। ਜੇ ਲੌਜੀਕਲੀ ਠੀਕ ਨਹੀਂ ਹੈ, ਵੈਲਫੇਅਰ ਆਫ ਸੋਸਾਇਟੀ ਨੇ, ਤਾਂ ਲਾਅ ਐਗਜ਼ੀਕਿਊਟ ਕਦੀ ਨਹੀਂ ਹੋ ਸਕਦਾ। ਸਰਕਾਰ ਵੱਡੇ ਇਸ਼ਤਿਹਾਰ ਦੇ ਕੇ, ਵੱਡੇ ਸਮਾਗਮ ਕਰਕੇ, ਚੌਪਾਲਾਂ ਬਣਾ ਕੇ ਤੇ ਸਾਰੇ ਥਾਵਾਂ ਤੇ ਜਾ ਕੇ ਵੱਡੇ ਸਮਾਗਮਾਂ 'ਚ ਇਹ ਗੱਲ ਜਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਤਾਂ ਨਕਲੀ ਕਿਸਾਨ ਵੀ ਖੜੇ ਕਰ ਰਹੀ ਹੈ ਕਿ ਉਹ ਕਹਿ ਰਹੇ ਨੇ ਕਿ ਕਾਨੂੰਨ ਸਾਡੇ ਪੱਖ 'ਚ ਨੇ। ਸੋ ਇਹ ਜਿਹੜਾ ਨੈਰੇਟਿਵ ਸਿਰਜਿਆ ਜਾ ਰਿਹਾ ਹੈ, ਇਹ ਤੁਹਾਨੂੰ ਲੱਗਦਾ ਕਿ ਜਿਹੜਾ ਇਹ ਅੰਦੋਲਨ ਇਸ ਨੈਰੇਟਿਵ ਦੀ ਕਾਟ ਕਰੇਗਾ? ਅੰਦੋਲਨ ਤਾਂ ਦੇਖੋ ਸਕਸੈਸਫੁਲ ਹੋ ਗਿਆ, ਇਹਨੂੰ ਨਹੀਂ ਹਿਲਾ ਸਕਦੇ, ਨਾ ਇਹ ਪੰਜਾਬੀਆਂ ਨੂੰ ਹਿਲਾ ਸਕਦੇ ਨੇ। ਹੁਣ ਪੰਜਾਬ ਦੇ ਨਾਲ ਹਰਿਆਣਾ ਦਾ ਵੀ ਪੂਰਾ ਸਾਥ ਆ ਗਿਆ, MP ਦਾ ਆ ਗਿਆ, ਰਾਜਸਥਾਨ ਦਾ ਆ ਗਿਆ। ਸੋ ਕਿਸਾਨਾਂ ਦਾ ਮੇਜਰ ਨੁਕਸਾਨ ਨਹੀਂ ਕਰ ਸਕਦੇ। ਗਵਰਨਮੈਂਟ ਜਿੰਨਾ ਮਰਜ਼ੀ ਕਰ ਲਵੇ, ਕਿਸਾਨਾਂ ਦਾ ਨੁਕਸਾਨ ਨਹੀਂ ਕਰ ਸਕਦੀ। ਬਟ ਹੁਣ ਗਵਰਨਮੈਂਟ ਨੂੰ ਖੁਦ ਨੂੰ ਡਰ ਪੈ ਗਿਆ ਕਿ ਅਗਰ ਇਹ ਲੋਕ ਇਕੱਠੇ ਹੋ ਗਏ, ਪਾਰਲੀਮੈਂਟ ਜਾਂ ਅਸੈਂਬਲੀ 'ਚ ਆ ਗਏ, ਇਹ ਗਵਰਨਮੈਂਟ ਨੂੰ ਵੱਡੇ ਘਰਾਣਿਆਂ ਨੂੰ ਤੁੱਪ ਦੇਣਗੇ। ਉਹ ਵੱਡੇ ਘਰਾਣਿਆਂ ਨੇ ਸਾਨੂੰ ਇਹ ਬਿੱਲ ਲਿਆਉਣ ਤੋਂ ਪਹਿਲਾਂ ਹੀ ਸੇਲ ਕਰ ਚੁੱਕੇ ਨੇ ਮਲਟੀਨੇਸ਼ਨਲ ਕੰਪਨੀਆਂ ਨੂੰ, ਤੇ ਸਾਡਾ ਕੰਟਰੀ ਤਾਂ ਖਤਮ ਹੀ ਕਰਤਾ ਇਹਨਾਂ ਨੇ। ਕਿਹੜੇ ਪਾਸੇ ਜਾਏਗਾ? ਲੋਕਾਂ ਨੂੰ ਸਮਝ ਆਣੀ ਸ਼ੁਰੂ ਹੋ ਗਈ। ਇਹ ਬਿੱਲ ਨੇ ਤਾਂ ਲੋਕਾਂ ਦੀਆਂ ਅੱਖਾਂ ਖੋਲਤੀਆਂ। ਛੋਟੇ ਤੋਂ ਛੋਟੇ ਬੰਦੇ ਨੂੰ ਤੁਸੀਂ ਦੁਕਾਨਦਾਰ ਨੂੰ ਪੁੱਛ ਲਓ ਬਿੱਲ ਕੀ ਹੈ, 1 ਮਿੰਟ 'ਚ ਐਕਸਪਲੇਨ ਕਰ ਦੂੰਗਾ, ਇਹਦੇ ਫਾਇਦੇ ਕੀ ਹੈ, ਇਹਦੇ ਨੁਕਸਾਨ ਕੀ ਹੈ। ਈਵਨ ਕਰਦੀਆਂ ਛੋਟੇ ਜਿਹੜੀਆਂ ਲੇਬਰ ਕਰਦੀਆਂ, ਉਹਨਾਂ ਨੂੰ ਵੀ ਪਤਾ ਹੈ। ਸਕੂਲ ਦੇ ਪ੍ਰੋਫੈਸਰ ਲੈ ਲਓ, ਕਾਲਜ ਦੇ ਪ੍ਰੋਫੈਸਰ ਲੈ ਲਓ, ਸਕੂਲ ਦੇ ਬੱਚੇ ਲੈ ਲਓ, ਐਵਰੀਬਡੀ ਨੋਜ਼ ਕਿ ਬਿੱਲ ਕੀ ਹੈ, ਉਹ ਕਿਉਂ ਆਇਆ, ਕਾਹਦੇ ਵਾਸਤੇ ਆਇਆ। ਤੁਸੀਂ ਇਹ ਦੇਖੋ, ਤੁਸੀਂ ਗਵਰਨਮੈਂਟ ਦੀ ਮਨਸ਼ਾ ਦੇਖੋ ਕਿ SDM ਟਰਾਈ ਕਰੂਗਾ ਇਹਨੂੰ। SDM ਕੀ ਇਜ਼ ਹੈਡ ਕਲਰਕ, SDM ਇਜ਼ ਆਲਵੇਜ਼ ਫॉर ਸੇਲ। ਪੰਜਾਬ ਔਰ ਹਰਿਆਣਾ 'ਚ SDM ਦੀ ਔਕਾਤ ਕੀ ਹੈ? ਉਹ ਤਾਂ ਹੈਡ ਕਲਰਕ ਹੈ, ਉਹ MLA ਦੇ ਮਗਰ ਭਰਦਾ। ਤੁਸੀਂ ਕੀ ਸੋਚਦਾ ਕਿ MLA ਦੇ ਮਗਰ ਭੱਜਣ ਵਾਲਾ ਬੰਦਾ ਤੁਹਾਨੂੰ ਨਿਆਂ ਦੇ ਦੂਗਾ ਜ਼ਿਮੀਂਦਾਰਾਂ ਨੂੰ? ਇੱਥੇ ਹਰ ਬੰਦੇ ਦੇ ਘਰੇ ਲਿਟੀਗੇਸ਼ਨ ਬਣ ਜਾਊਗੀ। ਜੇ ਮੇਰੀ ਜ਼ਮੀਨ ਅੱਜ ਲਿਟੀਗੇਸ਼ਨ 'ਚ ਨਹੀਂ ਹੈਗੀ ਤਾਂ ਕੱਲ ਨੂੰ ਮੇਰੀ ਜ਼ਮੀਨ ਵੀ ਲਿਟੀਗੇਸ਼ਨ ਚਲੇਗੀ, ਤੁਹਾਡੀ ਵੀ ਚਲੇਗੀ। ਤੁਸੀਂ ਕੀ ਸੋਚਦੇ ਹੋ ਵਕੀਲ ਬਚ ਗਏ? ਵਕੀਲ ਇੱਕ 3rd ਕਲਾਸ SDM ਦੇ ਸਾਹਮਣੇ ਪੇਸ਼ ਹੋਣਗੇ, ਜਿਨ੍ਹਾਂ ਨੂੰ ਲਾਅ ਦੀ ABC ਨਹੀਂ ਆਉਂਦੀ। ਇੱਕ ਲਾਅ ਗ੍ਰੈਜੂਏਟ ਬੰਦਾ ਇੱਕ SDM ਦੇ ਸਾਹਮਣੇ ਪੇਸ਼ ਹੋ ਕੇ ਉਹਨੂੰ ਦੱਸੇਗਾ ਜੀ ਤੁਸੀਂ ਲਾਅ ਤੇ ਫੈਸਲਾ ਕਰ ਦਿਓ, ਜਿਹੜਾ ਆਪ ਲਾਅ ਗ੍ਰੈਜੂਏਟ ਨਹੀਂ ਹੈਗਾ। ਤੁਸੀਂ ਕਿਹੋ ਜਿਹੀ ਨੌਨਸੈਂਸ ਗੱਲ ਕਰਦੇ ਹੋ? ਇਹ ਕਾਲਮ ਉਹਦੇ ਵਿੱਚ ਐਂਟਰ ਕਰਨਾ ਹੀ ਇੱਕ ਬਦਤਮੀਜ਼ੀ ਹੈ, ਔਰ ਨਾ ਕੱਲੀ ਬਦਤਮੀਜ਼ੀ ਹੈ, ਬੇਈਮਾਨੀ ਦਾ ਸਾਈਨ ਹੈ। ਉਸ ਤੋਂ ਵੀ ਗਾਂਹ ਦੀ ਗੱਲ ਹੈ, ਬੇਈਮਾਨੀ ਦਾ ਸਾਈਨ ਹੈ ਕਿ ਇਹਨਾਂ ਲੋਕਾਂ ਨੂੰ ਬੇਵਕੂਫ ਬਣਾਇਆ ਜਾਏ। ਹੁਣ ਕਹਿਣਗੇ ਨਹੀਂ ਜੀ ਇਹ ਸਿਵਲ ਕੋਰਟ ਨੂੰ ਦੇ ਦਿਓ। ਤੁਸੀਂ ਪਹਿਲਾਂ ਹੀ ਸਿਵਲ ਕੋਰਟ ਦੀ ਗੱਲ ਕਰਦੇ। SDM ਦੀ ਗੱਲ ਕਰਨਾ ਹੀ ਇੱਕ ਵੱਡੀ ਬੇਈਮਾਨੀ ਦਾ ਪਰਤ ਦਾ ਕੰਧ ਖੜੀ ਕਰਦਾ ਲੋਕਾਂ ਦੇ ਸਾਹਮਣੇ। ਤੁਸੀਂ ਇੱਥੇ ਲੜੀ ਜਾਓ, ਉਹਨਾਂ ਨੂੰ ਵੀ ਤੁਸੀਂ ਪਹਿਲਾਂ ਇੱਥੇ ਸੋਚੋ, ਅਸੀਂ ਉੱਥੇ ਸੋਚਾਂਗੇ, ਫਿਰ ਅਗਲੀ ਗੱਲ ਸੋਚਣੀ ਪਊਗੀ ਸਾਨੂੰ ਸਾਡੇ ਵਾਸਤੇ।
ਪਰ ਹੁਣ ਗਵਰਨਮੈਂਟ ਨੂੰ ਵੀ ਇਹ ਸਮਝ ਆ ਗਈ ਕਿ ਲੋਕ ਇਸ ਬਿੱਲ ਨੂੰ ਅੱਛੀ ਤਰ੍ਹਾਂ ਸਮਝਦੇ ਨੇ। ਪੰਜਾਬ ਦਾ ਇਹੋ ਜਿਹਾ ਬੰਦਾ ਨਹੀਂ ਰਹੇਗਾ ਇੱਥੇ ਜ਼ਿਮੀਂਦਾਰ 70% ਬੰਦੇ ਕਨਵੈਂਟ ਸਕੂਲਾਂ 'ਚ ਪੜ੍ਹਦੇ ਨੇ। ਉਹ ਪੰਜਾਬ ਖਤਮ ਹੋ ਗਿਆ ਜਿਹੜਾ 84 ਤੋਂ ਪਹਿਲਾਂ ਸੀਗਾ, ਹੁਣ ਉਹ ਪੰਜਾਬ ਹੀ ਰਹਿ ਗਿਆ। ਹੁਣ ਆ ਕੇ ਡਿਬੇਟ ਕਰ ਲੈ ਜਿਹੜਾ ਮਰਜ਼ੀ ਮੰਤਰੀ ਸਾਡੇ ਨਾਲ, ਕਿਸੇ ਵੀ ਸਕੂਲ ਦੇ ਕਾਲਜ ਦੇ ਬੱਚੇ ਨਾਲ ਵੀ ਤੁਹਾਡਾ ਇੱਕ ਯੂਨੀਅਨ ਮਿਨਿਸਟਰ ਆ ਕੇ ਗੱਲ ਕਰਕੇ ਦਿਖਾ ਦੇ ਪੰਜਾਬ ਦੇ ਕਿਸੇ ਸਕੂਲ ਦੇ ਬੱਚੇ ਨਾਲ ਵੀ, ਮੈਂ ਨੀਵੀਂ ਜਗ੍ਹਾ ਬੈਠਣ ਨੂੰ ਤਿਆਰ ਹਾਂ। ਇੰਨੇ ਬੱਚਿਆਂ ਨੂੰ ਨੌਲੇਜ ਹੋ ਗਈ ਹੈ, ਇੰਨੇ ਵੱਡੇ ਇੰਜੀਨੀਅਰ ਪੈਦਾ ਹੋ ਗਏ ਨੇ, ਇੰਨੇ ਵੱਡੇ ਲਾਇਰ ਪੈਦਾ ਹੋ ਗਏ ਨੇ, ਇੰਨੇ ਵੱਡੇ ਡਾਕਟਰ ਪੈਦਾ ਹੋ ਗਏ ਨੇ। ਗੱਲ ਕਰਕੇ ਤੇ ਦੇਖਣ, ਉਹ ਪੰਜਾਬ 84 ਵਾਲਾ ਦਿਮਾਗ ਚੋਂ ਕੱਢਣ ਵੀ 84 ਤੋਂ ਪਹਿਲਾਂ ਜਿਹੜਾ ਪੰਜਾਬ ਸੀ ਗਰੀਬ ਸੀ ਜੀ। ਇਹਦੇ ਨਾਲ ਬੰਦੇ ਛੋਟੇ ਪਿੰਡਾਂ ਦੇ ਵਿੱਚ ਵੀ ਕਨਵੈਂਟ ਸਕੂਲ ਖੁੱਲੇ ਹੋਏ ਨੇ ਅੱਜ ਕੱਲ੍ਹ। ਸੋ ਇਹ ਬੇਵਕੂਫ ਬਣਾਉਣਾ ਭੁੱਲ ਜਾਏ ਗਵਰਨਮੈਂਟ ਆਪਣੇ ਦਿਮਾਗ ਚੋਂ ਕੱਢ ਦੇਵੇ ਕਿ ਅਸੀਂ ਕਿਸੇ ਵੀ ਤਰ੍ਹਾਂ ਦਬਾਅ ਕਰ ਦਿਆਂਗੇ। ਦਬਾਅ ਨਾ ਅੱਜ ਹੋਣਾ ਨਾ ਕੱਲ੍ਹ ਹੋਣਾ। ਵਕੀਲ ਸਾਹਿਬ, ਜਿਸ ਤਰ੍ਹਾਂ ਆਪਾਂ ਸਮਝਦੇ ਹਾਂ ਕਿ ਇਹ ਜਿਹੜੇ ਕਾਨੂੰਨ ਨੇ ਇਹ ਕੰਪਨੀਆਂ ਵੱਲੋਂ ਤਿਆਰ ਕੀਤੇ ਗਏ ਤੇ ਸਰਕਾਰ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਲਾਗੂ ਕਰੋ, ਪਰ ਹੁਣ ਸਰਕਾਰ ਦੇ ਕੁਝ ਵਜ਼ੀਰਾਂ ਨੂੰ ਘੱਟੋ ਘੱਟ ਇੰਨੀ ਸਮਝ ਪੈ ਚੁੱਕੀ ਆ, ਜਦੋਂ ਦੀਆਂ ਕਿਸਾਨ ਆਗੂ ਨਾਲ ਉਹਨਾਂ ਦੀਆਂ ਬੈਠਕਾਂ ਹੋਈਆਂ, ਉਹਨਾਂ ਨੇ ਇਹ ਸਿੱਧ ਕਰਤਾ ਕਿ ਕਿਸਾਨਾਂ ਦੇ, ਮਜ਼ਦੂਰਾਂ ਦੇ, ਖੇਤੀ ਨਾਲ ਜੁੜੇ ਹਰੇਕ ਸ਼ਖਸ ਦੇ ਖਿਲਾਫ ਨੇ। ਇਹ ਮੰਡੀ ਸਿਸਟਮ ਨੂੰ ਤੋੜਨਗੇ, ਕਿਸਾਨੀ ਨੂੰ ਤਬਾਹ ਕਰ ਦੇਣਗੇ, ਇਹ ਵੱਡੇ ਘਰਾਣਿਆਂ ਦੇ ਪੱਖ 'ਚ ਨੇ। ਤਾਂ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਹੋ ਗਿਆ, ਉਹ ਹੁਣ ਪਿੱਛੇ ਮੁੜਨਾ ਚਾਹੁੰਦੇ ਨੇ। ਕੁਛ ਤਜਵੀਜ਼ਾਂ ਉਹਨਾਂ ਨੇ ਲਿਖਤੀ ਭੇਜੀਆਂ ਨੇ, ਅਮਿਤ ਸ਼ਾਹ ਨੇ ਭੇਜੀਆਂ ਨੇ, 80% ਉਹ ਗੱਲ ਮੰਨਣ ਲਈ ਰਾਜ਼ੀ ਹੋ ਗਏ ਨੇ। ਤਾਂ ਤੁਹਾਨੂੰ ਕੀ ਲੱਗਦਾ ਫਿਰ ਕਿਸਾਨਾਂ ਨੂੰ ਵੀ ਥੋੜ੍ਹਾ ਬਹੁਤ ਅੱਗੇ ਪਿੱਛੇ ਹੋ ਕੇ ਗੱਲਬਾਤ ਦੀ ਮੇਜ਼ 'ਤੇ ਜਾ ਕੇ ਜੋ ਕੁਛ ਉਹ ਕਹਿ ਰਹੇ ਨੇ ਉਹ ਮੰਨ ਲੈਣੀਆਂ ਚਾਹੀਦੀਆਂ ਨੇ, ਜਾਂ ਇਹ ਮੁੱਢੋਂ ਸੁੱਢੋਂ ਹੀ ਕਿਉਂ ਰੱਦ ਕਰ ਦੇਣੀਆਂ ਚਾਹੀਦੀਆਂ ਨੇ? ਨਹੀਂ, ਬਿਲਕੁਲ ਨਹੀਂ ਮੰਨਣੀ ਚਾਹੀਦੀ ਕਿਸਾਨਾਂ ਨੂੰ ਇਹਨਾਂ ਦੀ ਗੱਲ। ਬਿਲਕੁਲ ਬਿੱਲ ਵਾਪਸ ਕਰਨ, ਉਸ ਤੋਂ ਸਿਵਾਏ ਕਿਸਾਨਾਂ ਨੂੰ ਕੋਈ ਗੱਲ ਨਹੀਂ ਬਣਨੀ ਚਾਹੀਦੀ। ਜੇ ਕਿਸਾਨ ਇਹਨਾਂ ਦੀ ਐਤਕੀ ਗੱਲ ਮੰਨ ਗਏ ਤੇ ਆਉਣ ਵਾਲੇ 20 ਸਾਲ ਕਿਸਾਨਾਂ ਦੇ ਹੋਰ ਡੁੱਬ ਜਾਣਗੇ। ਅੱਜ ਪਲੇਟਫਾਰਮ ਤੁਹਾਡੇ ਕੋਲ ਹੈਗਾ, ਅੱਜ ਤੁਹਾਡੇ ਕੋਲੇ ਲੋਕ ਜੁੜ ਗਏ ਨੇ। ਤੁਸੀਂ ਡੈਮੋਕ੍ਰੇਸੀ ਸੈਟਅਪ ਨੂੰ ਠੀਕ ਕਰਨ ਵਾਸਤੇ, ਸੁਸਾਇਟੀ ਦੇ ਵੈਲਫੇਅਰ ਕਰਨ ਵਾਸਤੇ ਕਿਸਾਨ ਅੱਗੇ ਆਉਣ, ਹੋਰ ਵੀ ਨਾਲ ਅੱਗੇ ਆਉਣ। ਇਕੱਲੇ ਕਿਸਾਨ ਨਹੀਂ, ਛੋਟੇ ਮਜ਼ਦੂਰ ਵੀ ਨਾਲ ਆਉਣ, ਛੋਟੇ ਇੰਡਸਟਰੀਲਿਸਟ ਵੀ ਨਾਲ ਆਉਣ, ਪਰ ਜਾਤੀਵਾਦ ਕੱਢ ਕੇ ਆਉਣ ਤਾਂ ਕਿ ਅਸੀਂ ਆਪਣੇ ਕੰਟਰੀ ਨੂੰ ਬਿਲਡ ਕਰਨਾ। ਅਸੀਂ ਇਹਨਾਂ ਨੂੰ ਵੱਡੇ ਘਰਾਣਿਆਂ ਕੋਲ ਸੇਲ ਨਹੀਂ ਕਰਨਾ। ਜਦੋਂ ਇਹ ਸੇਲ ਹੁੰਦਾ ਜਾਏਗਾ, ਜਿਵੇਂ ਇਹ ਆਪਣੀ ਚਾਹਤ ਨਾਲ ਇਲੈਕਸ਼ਨ ਲੜਾਉਂਦੇ ਰਹਿਣਗੇ, ਉਹਨਾਂ 'ਚ ਕਿ ਡੈਮੋਕ੍ਰੇਸੀ ਨੂੰ ਚੱਲਣ ਨਹੀਂ ਦੇਣਗੇ। ਨਾ ਇਹਨਾਂ ਨੇ ਚੱਲਣ ਦਿੱਤਾ, ਨਾ ਚੱਲ ਰਿਹਾ। ਅੱਜ ਦੇ ਤੁਸੀਂ ਇਹ ਦੇਖ ਲਓ ਕਿ ਪਾਰਲੀਮੈਂਟ ਦੇ ਵਿੱਚ ਕਿੰਨੇ ਐਮਪੀ ਨੇ ਜਿਹੜੇ ਪੜ੍ਹੇ ਲਿਖੇ ਨਹੀਂ, ਸਿਰਫ ਤਨਖਾਹ ਲੈਣ ਜਾਂਦੇ ਨੇ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਪਾਰਲੀਮੈਂਟ ਦੀ ਪ੍ਰੋਸੀਡਿੰਗ ਸਟਾਰਟ ਕਿੱਥੋਂ ਹੁੰਦੀ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਇੱਕ ਬਹੁਤ ਵੱਡਾ। ਮੈਂ ਬਿਲੋਂਗ ਕਰਦਾ ਐਲਨਾਬਾਦ ਤੋਂ, ਡਿਸਟ੍ਰਿਕਟ ਸਿਰਸਾ, ਹਰਿਆਣਾ ਦਾ, ਠੀਕ ਹੈ, ਐਸ ਯੂ ਨੋ, ਠੀਕ ਹੈ। ਮੇਰੇ ਉੱਥੇ ਸੀਟ ਰਿਜ਼ਰਵ ਹੋਇਆ ਕਰਦੀ ਸੀ ਪਹਿਲਾਂ। 25 ਸਾਲ ਇੱਕ ਐਸਾ ਐਮਐਲਏ ਬਣਦਾ ਰਿਹਾ, 25 ਸਾਲ ਲਗਾਤਾਰ, ਜਿਹੜਾ ਕਿ ਸਿਰਫ ਮਤਲਬ ਸਿਲਾਈ ਵਾਲੀ ਮਸ਼ੀਨ ਚਲਾਇਆ ਕਰਦਾ ਸੀ। 25 ਸਾਲ ਕਿਸੇ ਬੰਦੇ ਦੀ ਜ਼ਰੂਰਤ ਨਹੀਂ ਹੋਈ ਕਿ ਉਹ ਸਿਲਾਈ ਚਲਾਉਣ ਵਾਲਾ, ਮਸ਼ੀਨ ਚਲਾਉਣ ਵਾਲਾ ਜਿਹੜਾ ਤੀਜੀ ਚੌਥੀ ਪਾਸ ਹੈ, ਉਹ ਬੰਦਾ ਉਹਦੇ ਅਸੈਂਬਲੀ 'ਚ ਜਾ ਕੇ ਕਦੀ ਬੋਲਦਾ ਨਹੀਂ, ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਹੈ, ਉਹਨੂੰ ਸਾਈਨ ਕਰਨੇ ਨਹੀਂ ਆਉਂਦੇ। ਤੇ ਅਸੀਂ ਉਹਨੂੰ ਕਿਉਂ ਨਾ ਐਲੀਮੀਨੇਟ ਕਰਕੇ ਕੋਈ ਵਧੀਆ ਬੰਦਾ ਲਿਆਵੇ। ਰਿਜ਼ਰਵੇਸ਼ਨ 'ਚ ਵੀ ਇਹੋ ਜਿਹੇ ਵਧੀਆ ਬੰਦੇ ਸੀ, ਅਵੇਲੇਬਲ ਸੀਗੇ, ਪਰ ਨਹੀਂ। ਕੌਣ ਸੀ ਬੰਦੇ? ਚੌਟਾਲਾ ਫੈਮਿਲੀ ਜਾਂ ਕਾਂਗਰਸ ਦੀ ਉੱਥੇ ਦਬਦਬਾ ਸੀਗਾ। ਸੋ ਕੋਈ ਵੀ ਪਾਰਟੀ ਇਹ ਚਾਹੁੰਦੀ ਨਹੀਂ ਕਿ ਨਵਾਂ ਬੰਦਾ ਜਾਂ ਵਧੀਆ ਪੜ੍ਹਿਆ ਲਿਖਿਆ ਬੰਦੇ ਨੂੰ ਟਿਕਟ ਦਿੱਤੀ ਜਾਵੇ। ਤੇ ਇਸੇ ਹੀ ਸਿਸਟਮ ਨੇ ਸਾਡੀ ਡੈਮੋਕ੍ਰੇਸੀ ਨੂੰ ਸੱਟ ਮਾਰੀ ਹੈ। ਉਹ ਐਸੀ ਜ਼ਬਰਦਸਤ ਸੱਟ ਮਾਰੀ ਹੈ, ਡੈਮੋਕ੍ਰੇਸੀ ਜ਼ਖਮੀ ਹੋ ਗਈ ਹੈ, ਉਹਨੂੰ ਤੁਰਨਾ ਹੋਊਗਾ। ਜੀ, ਤੁਸੀਂ ਚੌਟਾਲਾ ਫੈਮਿਲੀ ਦਾ ਜ਼ਿਕਰ ਕੀਤਾ ਜੀ। ਕਦੇ ਪੰਜਾਬ ਦੇ ਵੱਡੇ ਆਗੂਆਂ ਨਾਲ ਇਸ ਪਰਿਵਾਰ ਦੀਆਂ ਬੜੀਆਂ ਸਾਂਝਾਂ ਰਹੀਆਂ ਨੇ, ਬੁੱਤ ਤੱਕ ਲਗਾਏ ਨੇ ਆਪਣੀ ਜ਼ਮੀਨ 'ਤੇ। ਸੋ ਤੁਸੀਂ ਹਰਿਆਣੇ ਦੀ ਸਿਆਸਤ ਨੂੰ ਬੜਾ ਨੇੜਿਓਂ ਦੇਖਦੇ ਹੋ, ਬਰੀਕ ਨਿਗਾਹ ਤੁਹਾਡੀ ਰਹਿੰਦੀ ਹੈ। ਹਰਿਆਣੇ ਦੀ ਸਰਕਾਰ ਡਿੱਗਣ ਦੀ ਕਗਾਰ 'ਤੇ ਸਾਨੂੰ ਦਿਖਾਈ ਦੇ ਰਹੀ ਹੈ। ਦੁਸ਼ਯੰਤ ਚੌਟਾਲਾ ਨੂੰ ਪ੍ਰਦੇਸ਼ਾਂ 'ਚ ਬੈਠੇ ਲੋਕ ਵੀ ਲਾਹਨਤਾਂ ਪਾ ਰਹੇ ਨੇ। ਹੁਣ ਤੱਕ ਡਿੱਗੀ ਕਿਉਂ ਨਹੀਂ, ਕੀ ਕਾਰਨ ਹੈ? ਉਹਦੇ ਬਹੁਤ ਸਾਰੇ ਰੀਜ਼ਨ ਹੈ ਕਿ ਦੁਸ਼ਯੰਤ ਦੇ ਖਿਲਾਫ ਕੁਝ ਐਕਸਾਈਜ਼ ਦਾ ਪਾਣੀਪਤ ਸੋਨੀਪਤ ਕੋਈ ਬਹੁਤ ਵੱਡਾ ਸਕੈਂਡਲ ਹੋਇਆ 600-700 ਕਰੋੜ ਰੁਪਏ ਦਾ। ਤੇ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਕੁਝ ਬੰਦੇ ਇਨਵੋਲਵ ਹੋ ਗਏ, ਦੁਸ਼ਯੰਤ ਉਹਨਾਂ ਦੇ ਉਸ ਇਨਸੀਡੈਂਟ ਦੇ ਵਿੱਚ। ਤੇ ਗਵਰਨਮੈਂਟ ਨੇ ਉਹਨਾਂ ਨੂੰ ਟ੍ਰੈਪ 'ਚ ਲੈ ਲਿਆ। ਤੇ ਉਸ ਤੋਂ ਬਾਅਦ ਕੁਝ ਬੰਦੇ ਦੁਸ਼ਯੰਤ ਦਾ ਨਾਮ ਹੀ ਲੈਣ ਲੱਗੇ ਕਿ ਹੀ ਇਜ਼ ਆਲਸੋ ਇਨਵੋਲਵਡ ਇਨ ਦਿਸ ਇਨਸੀਡੈਂਟ। ਸੋ ਉਹਨੂੰ ਅੰਦਰ ਜਾਣ ਤੋਂ ਡਰ ਲੱਗਦਾ ਵੀ ਮੈਂ ਅਗਰ ਗਵਰਨਮੈਂਟ ਸਿੱਟਦੀ ਤੇ ਮੈਨੂੰ ਅੰਦਰ ਭੇਜ ਦੇਣਗੇ।
ਸੋ ਦਿਸ ਇਜ਼ ਦੀ ਰੀਜ਼ਨ ਕਿ ਉਹ ਆਪਣਾ ਪੋਲੀਟੀਕਲ ਮਰਡਰ ਕਰਾ ਲਿਆ ਉਹਨੇ। ਦੁਸ਼ਯੰਤ ਖਤਮ ਹੋ ਗਿਆ, ਚੌਟਾਲਾ ਦੂਸਰੀ ਫੈਮਿਲੀ ਤੇ ਪਹਿਲਾਂ ਹੀ ਖਤਮ ਹੋ ਗਈ ਸੀ, ਜਿਹੜੇ ਫਤਿਹ ਸਿੰਘ ਹੋਣੀ, ਹੁਣ ਇਹ ਉੱਠਿਆ ਸੀ, ਇਹ ਵੀ ਖਤਮ ਹੋ ਗਿਆ, ਪੋਲੀਟੀਕਲ ਮਰਡਰ ਇਹਦਾ ਵੀ ਹੋ ਗਿਆ। ਪਰ ਇਹ ਦਬਾਅ ਥੱਲੇ ਕਿਉਂ ਆਇਆ, ਦਿਸ ਇਜ਼ ਦੀ ਓਨਲੀ ਰੀਜ਼ਨ। ਹੋਰ ਵੀ ਇਹੋ ਜਿਹੇ ਰੀਜ਼ਨ ਹੋ ਸਕਦੇ ਜਿਹੜੇ ਮੈਨੂੰ ਨਹੀਂ ਪਤਾ, ਬਟ ਜੋ ਅੱਜ ਸੋਸਾਇਟੀ 'ਚ ਗੱਲ ਚੱਲ ਰਹੀ ਆ ਉਹ ਇਹੀ ਚੱਲ ਰਹੀ ਕਿ ਉਹਨਾਂ ਨੇ ਪੰਜਾਬੀ 'ਚ ਕਹਿੰਦੇ ਵੀ ਇਹਦੇ ਧੌਣ ਤੇ ਗੋਡਾ ਰੱਖਿਆ, ਤੂੰ ਹਿੱਲ ਕੇ ਦਿਖਾ, ਹਿੱਲੇਗਾ ਤਾਂ ਯੂ ਵਿਲ ਗੋ ਇਨਸਾਈਡ। ਦਿਸ ਇਜ਼ ਇੱਕ ਹੁਣ ਇਹ ਗੱਲ ਚੱਲ ਰਹੀ ਆ ਜੀ ਕਿ ਇਹ ਜਿਹੜੇ ਕਾਨੂੰਨ ਨੇ ਇਹ ਬਿਲਕੁਲ ਜਿਸ ਤਰ੍ਹਾਂ ਸਾਬਤ ਹੋ ਗਿਆ ਕਿ ਇਹ ਤਾਂ ਮਾਰੂ ਨੇ ਕਿਸਾਨੀ ਲਈ। ਫਿਰ ਨਾਲ ਕੁਝ ਲੋਕ ਇਹ ਵੀ ਦਲੀਲ ਦੇ ਰਹੇ ਨੇ ਕਿ ਕਿਸਾਨੀ ਪਹਿਲਾਂ ਕਿਹੜਾ ਖੁਸ਼ਹਾਲ ਸੀ, ਪੰਜਾਬ ਦੀ ਧਰਤੀ ਤੇ ਖੁਦਕੁਸ਼ੀਆਂ ਹੋ ਰਹੀਆਂ ਸੀ, ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਬਾਅਦ ਵੀ ਕਿਸਾਨੀ ਦੀ ਹਾਲਤ ਬਦਲਣ ਨਹੀਂ ਲੱਗੀ। ਫਿਰ ਕੀਤਾ ਕੀ ਜਾਏ, ਪੰਜਾਬ ਦੀ ਕਿਸਾਨੀ ਦੀ ਬਾਂਹ ਕੌਣ ਫੜੇ? ਕੇਂਦਰ ਸਰਕਾਰ ਟਾਲਾ ਵੱਟ ਰਹੀ ਹੈ, ਪੰਜਾਬ ਸਰਕਾਰ ਤੋਂ ਕੁਛ ਨਹੀਂ ਹੋ ਰਿਹਾ। ਨਵੇਂ ਖੇਤੀ ਬੀਜ ਲਿਆ ਕੇ ਹਰੀ ਕ੍ਰਾਂਤੀ ਨਾਲ ਧਨੀ ਕਿਸਾਨਾਂ ਨੂੰ ਲਾਭ ਪਹੁੰਚਿਆ, ਮੌਕੇ ਦੇ ਮੌਕੇ ਮੁਲਕ ਅਨਾਜ ਪੱਖੋਂ ਆਤਮ ਨਿਰਭਰ ਹੋਇਆ, ਪਰ ਖੇਤੀ ਹੁਣ ਝਾੜ ਪੱਖੋਂ ਖੜੋਤ ਆ ਗਈ ਹੈ। ਕੋਈ ਝਾੜ ਹੁਣ ਸਾਡੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਗੱਲ ਕੀਤੀ ਕਿ ਇਦੋਂ ਵੱਧ ਕਿਸੇ ਵੀ ਹਾਲਤ 'ਚ ਵਧਾਇਆ ਨਹੀਂ ਜਾ ਸਕਦਾ, ਫਸਲੀ ਵਿਭਿੰਨਤਾ ਲਿਆਉਣੀ ਪੈਣੀ ਹੈ। ਸੋ ਫਸਲੀ ਵਿਭਿੰਨਤਾ ਲਿਆਉਣ ਲਈ ਕਿਸ ਤਰ੍ਹਾਂ ਦੀਆਂ ਜਿਹੜੀਆਂ ਪੇਸ਼ ਕਦਮੀਆਂ ਕਰਨੀਆਂ ਪੈਣਗੀਆਂ ਸਰਕਾਰਾਂ ਨੂੰ, ਕਿਸਾਨਾਂ ਨੂੰ ਖੁਦ ਕਿਹੋ ਜਿਹੇ ਫੈਸਲੇ ਲੈਣੇ ਪੈਣਗੇ? ਉਹਦੇ 'ਚ ਦੇਖੋ, ਸਰਕਾਰ ਨੂੰ ਚਾਹੀਦਾ ਕਿ ਐਗਰੀਕਲਚਰ ਯੂਨੀਵਰਸਿਟੀਆਂ 'ਚ ਬਹੁਤ ਸਾਰੇ ਰਿਸਰਚਿਸ ਹੋਣੀਆਂ ਚਾਹੀਦੀਆਂ ਕਿ ਆਪਾਂ ਇਹਨੂੰ ਕਿਵੇਂ ਹੈਂਡਲ ਕਰੀਏ। ਐਗਰੀਕਲਚਰ 'ਤੇ ਕੋਈ ਸਟੱਡੀ, ਮੇਜਰ ਸਟੱਡੀ ਨਹੀਂ ਹੋ ਰਹੀ, ਇੱਕ ਨਾਰਮਲ ਸਟੱਡੀਜ਼ ਹੋ ਰਹੀਆਂ, ਉਹ ਆਲਮੋਸਟ ਫੇਲ ਹੋ ਚੁੱਕੀਆਂ। ਜਿਹੜੀ ਕਿਸਾਨੀ ਨੂੰ ਮਾਰਨ ਦੀ ਮਨਸ਼ਾ ਹੈ, ਇਕੱਲੀ ਇਸ ਸਰਕਾਰ ਦੀ ਮਨਸ਼ਾ ਨਹੀਂ ਸੀ, ਇਸ ਤੋਂ ਪਹਿਲਾਂ ਵੀ ਮਨਸ਼ਾ ਸੀ। ਬਾਜ਼ਾਰ 'ਚ ਜਿੰਨਾ ਵੀ ਸੀਡ ਆ ਰਿਹਾ ਹੈ, ਨਰਮਾ, ਕਾਟਨ ਬੈਲਟ ਆਲਮੋਸਟ ਮਾਲਵੇ ਦੀ ਖਤਮ ਕਰਤੀ। ਕਿਉਂ ਖਤਮ ਹੋਈ? ਕਿਉਂਕਿ ਸੀਡ ਖਰਾਬ ਹੈ। ਕੋਈ ਸੀਡ ਜਿੰਨਾ ਵੀ ਪੰਜਾਬ 'ਚ ਹੋਇਆ, ਪੈਸਟੀਸਾਈਡ ਜਿੰਨੀ ਪੰਜਾਬ ਹਰਿਆਣੇ 'ਚ ਸਪਲਾਈ ਆ, ਸਾਰੀ ਡੁਪਲੀਕੇਟ ਸਪਲਾਈ ਹੁੰਦੀ ਸੀ, ਪੈਸਟੀਸਾਈਡ ਵੀ ਤੇ ਸੀਡ ਵੀ। ਪਿਛਲੇ 20 ਸਾਲਾਂ ਵਿੱਚ ਮਾਲਵਾ ਬੈਲਟ ਤਾਂ ਕਾਟਨ ਬੈਲਟ ਜਿਹੜੀ ਸੀ ਬਿਲਕੁਲ ਖਤਮ ਹੋ ਗਈ। ਫਿਰ ਹੁਣ ਲੋਕ ਝੋਨਾ ਬੀਜਣ ਲੱਗੇ, ਝੋਨੇ ਦੇ ਵਿੱਚ ਵੀ ਉਹੀ, ਜਦੋਂ ਪੈਸਟੀਸਾਈਡ ਨਹੀਂ ਸਾਡੇ ਕੰਮ ਕਰਦੇ ਜਾਂ ਸਾਡੀਆਂ ਦਵਾਈਆਂ ਕੰਮ ਨਹੀਂ ਕਰਦੀਆਂ, ਸਾਡੇ ਸੀਡ ਸਹੀ ਨਹੀਂ ਹੈਗੇ, ਨਵੇਂ ਸੀਡ ਅਸੀਂ ਐਗਰੀਕਲਚਰ ਯੂਨੀਵਰਸਿਟੀਆਂ 'ਚ ਬਣਾ ਨਹੀਂ ਪਾ ਰਹੇ, ਉਸ ਵਜ੍ਹਾ ਨਾਲ ਇਹਦਾ ਕਿਰਦਾਰ ਖੇਤੀ ਦਾ ਹੋਰ ਕਿਰਦਾ ਬਿਲਕੁਲ ਗਿਰ ਗਿਆ। ਉਹਦੇ ਵਿੱਚ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਅੱਛੇ ਸੀਡ, ਚਾਹੇ ਤੁਹਾਨੂੰ ਬਾਹਰੋਂ ਮੰਗਾਉਣੇ ਪੈਣ, ਚਾਹੇ ਤੁਸੀਂ ਉਹਨਾਂ ਨੂੰ ਚੰਗੀਆਂ ਯੂਨੀਵਰਸਿਟੀ, ਚੰਗੇ ਬੰਦੇ ਬਾਹਰੋਂ ਬੁਲਾ ਕੇ ਉਹਨਾਂ ਨੂੰ ਪ੍ਰੋਡਿਊਸ ਕਰੋ, ਤਾਂ ਕਿ ਉਹ ਸੀਡ ਲੋਕਾਂ ਕੋਲੇ ਜਾਵੇ ਜਿਹਦਾ ਝਾੜ ਸਹੀ ਹੋਵੇ, ਜਿਨ੍ਹਾਂ 'ਚ ਲੋਕਾਂ ਦਾ ਨੁਕਸਾਨ ਨਾ ਹੋਵੇ। ਜਿਵੇਂ ਦਾਲਾਂ ਵਧੀਆ ਹੋਣੀਆਂ ਚਾਹੀਦੀਆਂ, ਉਹਨਾਂ ਦੀ ਮਾਰਕੀਟਿੰਗ ਸਹੀ ਹੋਣੀ ਚਾਹੀਦੀ ਹੈ। ਹੁਣ ਦਾਲ ਸਬਜ਼ੀਆਂ ਲੈ ਲਓ, ਜਿਹੜੀ ਦਾਲ ਹੈ ਬਾਜ਼ਾਰ, ਜ਼ਿਮੀਦਾਰ ਦੀ ਦਾਲ ਵੇਚਦੀ ਹੈ ਮੂੰਗੀ ਦੀ ਦਾਲ 20 ਰੁਪਏ ਕਿਲੋ, ਬਾਜ਼ਾਰ ਚਲੇ ਜਾਓ ਤੁਸੀਂ 150 ਰੁਪਏ ਕਿਲੋ। ਹੁਣ 130 ਰੁਪਏ ਦਾ ਮਾਰਜਨ ਜਿਹੜਾ ਹੈ ਉਹ ਸਿਰਫ ਵੱਡੇ ਘਰਾਣੇ ਖਾ ਗਏ। ਕੀ ਕਰੋਗੇ ਤੁਸੀਂ? ਸਰਕਾਰ ਕਹਿ ਰਹੀ ਹੈ ਕਿ ਵਿਚੋਲੇ ਖਤਮ ਕਰਨ ਜਾ ਰਹੀ ਹੈ। ਜੇ ਚੇਂਜ ਵੀ ਕਰ ਲਾਂਗੇ ਅਸੀਂ, ਝੋਨਾ ਛੱਡ ਕੇ ਦਾਣਾ ਬੀਜਣ ਲੱਗ ਜਾਾਂਗੇ, ਤੇ ਫਿਰ ਅਸੀਂ ਉਸੇ ਪੋਜੀਸ਼ਨ 'ਚ ਫਿਰ ਆ ਜਾਾਂਗੇ। ਇਸ ਕਰਕੇ ਸਾਨੂੰ ਇੱਕ ਵਧੀਆ ਲਾਅ ਬਣਾਉਣ ਦੀ ਵੀ ਜ਼ਰੂਰਤ ਹੈ ਕਿ ਸਾਨੂੰ ਕੀ ਬੀਜਿਆ ਜਾਵੇ, ਕੀ ਨਾ ਬੀਜਿਆ ਜਾਵੇ, ਇੰਡੀਆ 'ਚ ਕਿੰਨੀ ਡਿਮਾਂਡ ਹੈ, ਅਸੀਂ ਇੰਡੀਆ ਤੋਂ ਬਾਹਰ ਕਿੰਨਾ ਭੇਜ ਸਕਦੇ ਹਾਂ ਔਰ ਕਿਹੜੇ ਰੇਟ ਤੇ ਭੇਜ ਸਕਦੇ ਹਾਂ। ਸੋ ਫਿਰ ਜ਼ਿਮੀਂਦਾਰ ਨੂੰ ਉਹ ਇੱਕ ਕਾਲਮ ਬਣਾ ਕੇ ਦਿੱਤਾ ਜਾਵੇ ਵੀ ਤੇਰੇ ਕੋਲ 10 ਏਕੜ ਜ਼ਮੀਨ ਹੈ ਭਾਈ, ਤੂੰ 2 ਏਕੜ ਤਾਂ ਮੂੰਗੀ ਬੀਜ, 2 ਏਕੜ ਛੋਲੇ ਬੀਜ, 2 ਏਕੜ ਕਣਕ ਬੀਜ, 2 ਏਕੜ ਬਾਸਮਤੀ ਬੀਜ। ਏਦਾਂ ਦਾ ਤੁਹਾਨੂੰ ਲਾਅ ਬਣਾਉਣਾ ਪਊਗਾ ਤਾਂ ਕਿ ਅਸੀਂ ਉਹੋ ਜਿਹੀ ਪ੍ਰੋਡਿਊਸ ਮਾਰਕੀਟਸ ਦੇ ਸਕੀਏ ਜਿਹੜੀ ਪ੍ਰੋਡਿਊਸ ਦੀ ਸਾਨੂੰ ਸੁਸਾਇਟੀ 'ਚ ਲੋੜ ਹੈ ਤੇ ਜਿੰਨੀ ਲੋੜ ਹੈ। ਹੁਣ ਸਾਨੂੰ ਲੋੜ ਤਾਂ ਝੋਨੇ ਦੀ ਹੈਗੀ ਹੈ 100 ਟਨ ਦੀ, ਸਪੋਜ਼ ਅਸੀਂ ਪੈਦਾ ਕਰਦੇ 200 ਟਨ, ਉਹਦਾ ਤਾਂ ਕੋਈ ਫਾਇਦਾ ਨਹੀਂ ਹੋਇਆ ਨਾ। ਸੋ ਸਾਨੂੰ, ਅਸੀਂ ਦਾਲਾਂ ਮੰਗਾਉਣ ਚਲੇ ਗਏ ਦੂਜੇ ਕੰਟਰੀਆਂ 'ਚ, ਦੁੱਧ ਲੈਣ ਵਾਸਤੇ ਨਿਊਜ਼ੀਲੈਂਡ ਚਲੇ ਗਏ, ਇਹ ਤਾਂ ਕੋਈ ਗੱਲ ਨਹੀਂ ਹੋਈ। ਫਿਰ ਪੰਜਾਬ ਦਾ ਇਸ ਗੱਲਾਂ ਜਿਹੜਾ ਜੀ ਕਿਸੇ ਨੇ ਕੰਮ ਨਹੀਂ ਕੀਤਾ। ਪੰਜਾਬ ਦਾ ਕਿਸਾਨ ਜਿਹੜਾ ਐਡਵੋਕੇਟ ਸਾਹਿਬ ਪ੍ਰੋਗਰੈਸਿਵ ਹੈ, ਮੈਂ ਤੁਹਾਨੂੰ ਇਸੇ ਕਰਕੇ ਸਵਾਲ ਇਹ ਪੁੱਛਿਆ ਸੀ ਕਿਉਂਕਿ ਤੁਸੀਂ ਖੁਦ ਕਿਸਾਨੀ ਕਰਦੇ ਹੋ, ਤੁਹਾਡੇ ਆਪਣੇ ਖੇਤ ਨੇ, ਤੁਸੀਂ ਮਿੱਟੀ ਨਾਲ ਜੁੜੇ ਹੋਏ ਹੋ, ਤੁਹਾਨੂੰ ਪਤਾ ਹੈ ਕਿਹੋ ਜਿਹੀਆਂ ਫਸਲਾਂ ਹੁੰਦੀਆਂ ਨੇ, ਕਿੰਨਾ ਖਰਚਾ ਆਉਂਦਾ ਹੈ। ਕਿਸਾਨ ਗੰਨਾ ਵੀ ਬੀਜਣ ਲਈ ਤਿਆਰ ਨੇ ਔਰ ਬੀਜੇ ਨੇ। ਗੁਰਦਾਸਪੁਰ ਵਾਲੇ ਇਲਾਕੇ 'ਚ ਬਹੁਤ ਸਾਰੀਆਂ ਮਿੱਲਾਂ ਸੀ, ਉਹ ਬੰਦ ਹੋ ਗਈਆਂ ਨੇ, ਸਰਕਾਰ ਨੇ ਕੁਛ ਵੇਚਦੀਆਂ, ਕੁਛ ਬੰਦ ਹੋ ਗਈਆਂ ਨੇ, ਉਧਰੋਂ ਮੋਹ ਭੰਗ ਹੋ ਗਿਆ। ਸੂਰਜਮੁਖੀ ਬਹੁਤ ਹੋਇਆ ਸਾਡੇ ਮਾਲਵੇ ਵਾਲੇ ਪਾਸੇ, ਨਰਮਾ ਬਹੁਤ ਹੋਇਆ। ਪਰ ਹੁਣ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਮੱਕੀ ਦਾ ਵੀ ਭਾਅ ਜਿਹੜਾ ਉਹ ਕੀ ਰੇਟ ਆ ਤੇ ਮਿਲਿਆ ਕੀ ਕਿਸਾਨਾਂ ਨੂੰ, ਜਿੰਨਾ ਚਿਰ ਇਹ ਮੰਡੀਕਰਨ ਦੇ ਉਚਿਤ ਪ੍ਰਬੰਧ ਨਹੀਂ ਹੁੰਦੇ, ਗਰੰਟੀ ਨਹੀਂ ਮਿਲਦੀ। MSP ਨੂੰ ਹੁਣ 23 ਫਸਲਾਂ ਦੇ ਭਾਅ ਟੁੱਕਦੀ ਹੈ ਸਰਕਾਰ, ਜਿਹੜੀ ਖੇਤੀ ਲਾਗਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੋਂ ਬਾਅਦ।
2 ਫਸਲਾਂ ਦੀ ਕਣਕ ਤੇ ਝੋਨੇ ਦੀ ਗਰੰਟੀ ਸੀ, ਉਹ ਵੀ ਪੰਜਾਬ ਤੇ ਹਰਿਆਣੇ 'ਚ ਇਸੇ ਕਰਕੇ ਇੱਥੋਂ ਫਸਲ ਦਾ ਦਾਣਾ ਦਾਣਾ ਚੁੱਕਿਆ ਜਾਂਦਾ ਰਿਹਾ ਤੇ ਕਿਸਾਨ ਇਸੇ ਪਾਸੇ ਲੱਗੇ ਰਹੇ। ਉਹ ਭੁੱਲ ਗਏ ਕਿ ਇਹਦੇ ਨਾਲ ਪੰਜਾਬ ਦੀ ਧਰਤੀ ਦਾ, ਪੰਜਾਬ ਦੇ ਪਾਣੀ ਦਾ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਤੇ ਸਾਨੂੰ ਕਿੰਨਾ ਵੱਡਾ ਖਮਿਆਜ਼ਾ ਭੁਗਤਣਾ ਪੈ ਗਿਆ। ਅੱਜ ਪੰਜਾਬ ਦਾ ਕੋਈ ਵਿਰਲਾ ਟਾਵਾਂ ਬਲਾਕ ਰਹਿ ਗਿਆ ਹੋਊਗਾ ਜਿਹੜਾ ਡਾਰਕ ਜ਼ੋਨ ਨਹੀਂ ਹੋਊਗਾ। ਅਸੀਂ ਚੌਲ ਨਹੀਂ, ਪਾਣੀ ਦੇ ਡਰਮ ਭਰ ਭਰ ਕੇ ਅਸੀਂ ਦੂਜੇ ਸੂਬਿਆਂ ਨੂੰ ਭੇਜੇ ਆ। ਇਹਦੇ ਤੋਂ ਤਾਂ ਸਾਨੂੰ ਖਹਿੜਾ ਛੁਡਾਉਣਾ ਪਏਗਾ। ਇਹਦੇ 'ਚ ਹੁਣ ਆਪਾਂ ਜੇ ਪ੍ਰਵਾਸੀਆਂ 'ਤੇ ਆਈਏ, ਅਸੀਂ ਇੱਥੇ ਸਮਝ ਰੱਖਦੇ ਹਾਂ, ਗੱਲਾਂ ਬਾਤਾਂ ਰੇਡੀਓ 'ਤੇ, TV ਚੈਨਲਾਂ 'ਤੇ ਮਾਹਰਾਂ ਨਾਲ ਹੁੰਦੀਆਂ ਰਹਿੰਦੀਆਂ ਨੇ, ਲੋਕਾਂ ਦੀ ਸਮਝ ਡਿਵੈਲਪ ਹੋ ਚੁੱਕੀ ਹੈ। ਉਹ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਨੀ ਚਾਹੁੰਦੇ ਨੇ। ਇੱਥੇ ਬੈਠਾ ਪ੍ਰਵਾਸੀ ਭਾਈਚਾਰਾ ਜਿਹੜਾ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਮੁਲਕਾਂ 'ਚ ਹੈ, ਉਹ ਪੰਜਾਬ ਦੇ ਕਿਸਾਨ ਦੇ ਨਾਲ ਕਿਵੇਂ ਮੋਢੇ ਨਾਲ ਮੋਢਾ ਜੋੜ ਕੇ ਖੜ ਸਕਦਾ ਤੇ ਉਹਦੇ ਅੱਗੇ ਵਧਣ ਦੇ ਵਿੱਚ ਸਹਾਈ ਹੋ ਸਕਦਾ ਹੈ। ਬਿਲਕੁਲ। ਦੇਖੋ, ਕਿਸਾਨ ਜਿੱਥੋਂ ਤੱਕ ਕਿਸਾਨੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਕੋਈ ਵੀ ਗਵਰਨਮੈਂਟ ਐਸੀ ਨਹੀਂ ਆਈ ਜਿਨ੍ਹਾਂ ਨੇ ਕਿਸਾਨੀ ਨੂੰ ਚੰਗੇ ਤਰੀਕੇ ਨਾਲ ਸਮਝਿਆ। ਕਿਸੇ ਵੀ ਗਵਰਨਮੈਂਟ ਨੇ ਹਰਿਆਣਾ ਔਰ ਪੰਜਾਬ ਜਾਂ ਪੂਰੇ ਇੰਡੀਆ 'ਚ ਮੈਂ ਕਹਿੰਦਾ ਕਿ ਇਹਨਾਂ ਨੇ ਕੋਈ ਕਿਰਦਾਰ ਨਹੀਂ ਛੱਡਿਆ ਕਿ ਇੱਥੇ ਅਸੀਂ ਲਾਅ ਬਣਾਈਏ ਜਾਂ ਅਸੀਂ ਇੱਥੇ ਕਮਿਸ਼ਨ ਬਿਠਾ ਕੇ ਅਸੀਂ ਲੋਕਾਂ ਦੇ ਸੁਜੈਸ਼ਨ ਲਈਏ ਵੀ ਇੱਥੇ ਕੀ ਬੀਜਿਆ ਜਾਣਾ ਚਾਹੀਦਾ, ਕੀ ਨਹੀਂ ਬੀਜਣਾ। ਇਹੋ ਜਿਹਾ ਕਦੀ ਕੋਈ ਰੈਜੂਲੇਸ਼ਨ ਕਿਸੇ ਵੀ ਗਵਰਨਮੈਂਟ ਦਾ ਨਾ ਹੋਣਾ। ਗਵਰਨਮੈਂਟ ਦਾ ਰੈਜੂਲੇਸ਼ਨ ਜਦੋਂ ਤੱਕ ਇਹਨਾਂ ਗੱਲਾਂ ਨੂੰ ਸਮਝਣ ਤੋਂ ਦੂਰ ਰਹੂਗਾ ਤੇ ਕਿਸਾਨੀ ਦੀ ਇਹੀ ਹਾਲਤ ਰਹੂਗੀ। ਅੱਜ ਆਪਾਂ ਇਹ ਇਕੱਲਾ ਕਹੀਏ ਕਿ ਕਿਸਾਨੀ ਵਾਸਤੇ ਆਪਾਂ ਉੱਥੇ ਦਿੱਲੀ ਲੜ ਰਹੇ ਹਾਂ, ਇਕੱਲੀ ਕਿਸਾਨੀ ਵਾਸਤੇ ਨਹੀਂ ਲੜ ਰਹੇ। ਅਸੀਂ ਹੁਣ ਪੂਰੇ ਮੁੱਦਿਆਂ ਵਾਸਤੇ ਲੜਨਾ ਚਾਹੀਦਾ। ਸਾਡੇ ਬੱਚਿਆਂ ਨੂੰ ਜੌਬ ਵੀ ਚਾਹੀਦੀ ਹੈ, ਸਾਡੇ ਬੱਚਿਆਂ ਨੂੰ ਇੰਡਸਟਰੀਜ਼ ਵਾਸਤੇ ਪੈਸੇ ਵੀ ਚਾਹੀਦੇ ਨੇ, ਸਾਡੇ ਬੱਚਿਆਂ ਜਿਹੜਾ ਸਾਡਾ ਟੈਕਸ ਅਸੀਂ ਦੇ ਰਹੇ ਹਾਂ ਉਹਦੀ ਸਹੀ ਜਗ੍ਹਾ ਵਰਤੋਂ ਵੀ ਹੋਣੀ ਚਾਹੀਦੀ ਹੈ। ਸਾਨੂੰ ਇਹੋ ਜਿਹੇ ਕਾਨੂੰਨ ਬਣਾਉਣ ਦੀ ਵੀ ਲੋੜ ਹੈ। ਸਾਨੂੰ ਇਹੋ ਜਿਹੇ ਕਾਨੂੰਨ ਵੀ ਬਣਾਉਣ ਦੀ ਲੋੜ ਹੈ ਕਿ ਜਿੱਥੇ ਇਹ ਵੱਡੀਆਂ ਪੋਲੀਟੀਕਲ ਪਾਰਟੀਆਂ ਚੰਦੇ ਦੇ ਨਾਂ ਤੇ ਅਰਬਾਂ ਰੁਪਈਏ ਲੈ ਕੇ ਤੇ ਇਹ ਸਾਨੂੰ ਜਨਤਾ 'ਚ ਮੂਰਖ ਬਣਾਉਂਦੇ ਨੇ ਔਰ ਇਲੈਕਸ਼ਨ ਦੇ ਵੇਲੇ ਉਹ ਚੰਦਾ ਯੂਜ਼ ਕਰਦੇ ਨੇ, ਜਿਹਦੀ ਵਜ੍ਹਾ ਨਾਲ ਸੁਸਾਇਟੀ ਨੂੰ ਡਿਸਟਰਬ ਕਰਦੇ ਨੇ। ਇਹਦੇ ਤੇ ਵੀ ਲਾਅ ਬਣਾਉਣਾ ਚਾਹੀਦਾ। ਇੱਕ ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਕਿ ਹਰ ਮਿਨਿਸਟਰ ਆਉਂਦਾ ਹੈ, ਹਰ ਸਰਕਾਰ ਆਉਂਦੀ ਹੋਈ ਕਹਿੰਦਾ ਮੈਂ ਮੋਬਾਈਲ ਦੇ ਦਾਂਗਾ ਜੀ, ਮੈਂ ਲੋਨ ਮਾਫ ਕਰ ਦਾਂਗਾ ਜੀ, ਮੈਂ ਆਹ ਕਰ ਦਾਂਗਾ ਜੀ। ਅਗਰ ਕੋਈ ਵੀ ਕਮਿਟਮੈਂਟ ਇਹੋ ਜਿਹੀ ਕੀਤੀ ਜਾਂਦੀ ਹੈ, ਅਗਰ ਕੋਈ ਵੀ ਪਾਰਟੀ ਕਰਦੀ ਹੈ, ਜਾਂ ਤਾਂ ਉਹਨੂੰ ਪੂਰਾ ਕਰੋ। ਪਹਿਲੀ ਗੱਲ ਤਾਂ ਪੂਰਾ ਕਰਨ ਦੀ ਗੁੰਜਾਇਸ਼ ਹੀ ਨਹੀਂ ਹੈ, ਕਿਉਂਕਿ ਟੈਕਸ ਅਸੀਂ ਦਿੰਦੇ ਹਾਂ ਤੇ ਕਿਸੇ ਮਿਨਿਸਟਰ ਦੇ ਪਿਓ ਦੇ ਪੈਸੇ ਨਹੀਂ ਕਿ ਸਾਨੂੰ ਪੈਸੇ ਮੁਫਤ 'ਚ ਮੋਬਾਈਲ ਬਣਦੇ, ਮੁਫਤ 'ਚ ਨਹੀਂ ਹੋਣੇ। ਅਲਟੀਮੇਟਲੀ ਉਹ ਪੈਸੇ ਜਿਹੜੇ ਆ ਜਨਤਾ ਦੀ ਜੇਬ 'ਚ ਜਾਣੇ ਆ। ਸੋ ਇਹੋ ਜਿਹੇ ਜਿਹੜੇ ਵਾਅਦੇ ਆ, ਪਹਿਲਾਂ ਤਾਂ ਇਹੋ ਜਿਹੇ ਵਾਅਦਿਆਂ ਨੂੰ ਕਰਨਾ ਨਹੀਂ ਚਾਹੀਦਾ। ਪਰ ਜੇ ਕੋਈ ਪੋਲੀਟੀਕਲ ਪਾਰਟੀ ਇਹੋ ਜਿਹਾ ਵਾਅਦਾ ਕਰਦੀ ਹੈ, ਉਹ ਇਸ ਖਰਾ ਨਹੀਂ ਉਤਰਦੀ, ਤਾਂ ਉਹਨੂੰ ਪਾਰਟੀ ਨੂੰ ਡਿਸਕੁਆਲੀਫਾਈ ਕਰੋ। ਉਹ ਉਸੇ ਟਾਈਮ ਉਹਦੀ ਜਿਹੜੀ ਮੈਂਬਰਸ਼ਿਪ ਹੈ ਪਾਰਲੀਮੈਂਟ ਤੋਂ, ਉਸ ਬੰਦੇ ਦੀ ਇਮੀਡੀਏਟਲੀ ਮੈਂਬਰਸ਼ਿਪ। ਇਹੋ ਜਿਹੇ ਲਾਅ ਲਾਉਣੇ ਪੈਣਗੇ ਤਾਂ ਕਿ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਝੂਠ ਬੋਲਦੀਆਂ ਸਟੇਜ ਤੇ ਆ ਕੇ ਲੋਕਾਂ ਨੂੰ ਪ੍ਰਲੋਭਨ ਦਿੰਦੀਆਂ, ਇਹ ਤੇ ਬਹੁਤ ਵੱਡੀ ਰੋਕ ਲਾਉਣ ਦੀ ਜ਼ਰੂਰਤ ਹੈ ਤਾਂ ਕਿ ਝੂਠ ਨਾ ਬੋਲਿਆ ਜਾਵੇ। ਐਟਲੀਸਟ ਜੇ ਕੋਈ ਬੰਦਾ, ਇੱਕ ਵੀ ਪੋਲੀਟੀਕਲ ਪਾਰਟੀ 'ਚ ਇੱਕ ਵੀ ਬੰਦਾ ਝੂਠ ਬੋਲਦਾ, ਇਮੀਡੀਏਟਲੀ ਇਹੋ ਜਿਹਾ ਲਾਅ ਹੋਣਾ ਚਾਹੀਦਾ ਕਿ ਡਿਸਕੁਆਲੀਫਾਈ ਕਰੋ ਉਹਨੂੰ 20 ਸਾਲ ਵਾਸਤੇ ਇਲੈਕਸ਼ਨ ਤੋਂ ਬਾਅਦ। ਜੀ, ਕੋਈ ਨਹੀਂ ਝੂਠ ਬੋਲੇਗਾ। ਬਿਲਕੁਲ ਜੀ। ਔਰ ਵਕੀਲ ਸਾਹਿਬ ਤੁਸੀਂ ਇੱਕ ਗੱਲ ਹੋਰ ਛੋਟੀ ਜਿਹੀ ਕਹਿਣਾ ਚਾਹੂੰਗਾ ਕਿ ਸਾਨੂੰ ਇੱਕ ਚਾਹੀਦਾ ਕਿ ਜਿਹੜਾ ਕਰਪਸ਼ਨ ਐਕਟ ਹੈ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਉਹਨੂੰ ਅਮੈਂਡਮੈਂਟ ਚਾਹੀਦਾ। ਹੁਣ 3 ਸਾਲ ਦੀ 2 ਸਾਲ ਦੀ ਸਜ਼ਾ ਹੁੰਦੀ ਕਰਪਸ਼ਨ 'ਚ। ਚਾਹੇ ਹਰਸ਼ਦ ਮਹਿਤੇ ਵਰਗਾ ਅਰਬਾਂ ਰੁਪਈਏ ਖਾ ਗਿਆ ਤਾਂ 3 ਸਾਲ, ਉਹ ਯੂਰੀਆ ਖਾ ਗਏ PC ਨਰਸਿਮਹਾ ਰਾਓ, ਠੀਕ ਹੈ, ਉਹਨਾਂ ਨੂੰ 2 ਸਾਲ 3 ਸਾਲ ਸਜ਼ਾ। ਇੱਥੇ ਵੀ ਜਿਵੇਂ ਇੱਕ ਐਕਟ ਆਪਣੇ NDPS ਐਕਟ, ਜਿਹਦੇ 'ਚ ਆਪਾਂ ਅਫੀਮ ਵਗੈਰਾ ਆਉਂਦੀ ਹੈ, ਉਸ ਐਕਟ ਦੇ ਤਹਿਤ ਇਹਨਾਂ ਨੇ ਬਹੁਤ ਸੋਹਣਾ ਕੀਤਾ ਹੈ ਕਿ ਤੇਰੇ ਕੋਲ ਇੰਨੀ ਰਿਕਵਰੀ ਹੋਊਗੀ ਤੈਨੂੰ 10 ਸਾਲ, ਇੰਨੀ ਹੋਊਗੀ ਤਾਂ 20 ਸਾਲ, ਇੰਨੀ ਹੋਊਗੀ ਤਾਂ ਤੈਨੂੰ ਲਾਈਫ। ਇਸੇ ਤਰ੍ਹਾਂ ਹੀ ਇਹ ਜਿਹੜਾ ਐਕਟ ਹੈ, ਕਰਪਸ਼ਨ ਐਕਟ, ਇਹਨੂੰ ਅਮੈਂਡ ਕੀਤਾ ਜਾਣਾ ਚਾਹੀਦਾ। ਅੱਧੇ ਰਾਜਨੀਤਿਕ ਬੰਦਿਆਂ ਦੀ ਨੱਥ ਪੈ ਜਾਏਗੀ। ਇਹਦੇ 'ਚ ਲਿਖਿਆ ਹੋਵੇ ਕਿ ਜੇ ਤੁਸੀਂ 10,000 ਤੋਂ ਉੱਤੇ ਹੋਗੇ ਤੁਹਾਨੂੰ 10 ਸਾਲ ਸਜ਼ਾ, ਜੇ ਲੱਖ ਰੁਪਏ ਕਰਪਸ਼ਨ ਹੋਊਗੀ ਤੁਹਾਨੂੰ ਲਾਈਫ, ਤੇ ਜੇ ਤੁਹਾਨੂੰ ਜੇ ਕਰੋੜ 2 ਕਰੋੜ ਕਿਸੇ ਦੇ ਫੜਿਆ ਗਿਆ ਕਰਪਸ਼ਨ ਦਾ ਤਾਂ ਤੁਹਾਨੂੰ ਡੈਥ ਸੈਂਟੈਂਸ। ਜੀ ਦੇਖੋ ਜੇ ਇਹ ਕੰਟਰੀ ਕਿਵੇਂ ਪਣਪਦਾ, ਇਹ ਕੰਟਰੀ ਹੀਰੇ ਬਣ ਜਾਣਗੇ, ਬਿਲਕੁਲ ਜੀ, ਦਰਿਆ ਲੱਗ ਜਾਣਗੇ ਪੈਸਿਆਂ ਦੇ। ਸਾਰੇ ਪੈਸੇ ਲੁੱਟ ਕੇ ਖਾ ਗਏ ਨੇ। ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਸੋਨੇ ਦੀ ਚਿੜੀ ਦੇ ਖੰਭ ਚਿੜੀ ਅੱਜ ਵੀ ਹੈ, ਸੋਨੇ ਦੀ ਚਿੜੀ ਅੱਜ ਵੀ ਹੈ। ਇਹ ਨਹੀਂ ਕਿ ਅੱਜ ਆਪਣੇ ਇੰਡੀਆ 'ਚ ਪੈਰਲਲ ਇਕੋਨਮੀ, ਜਿਹੜੀ ਬਲੈਕ ਮਨੀ ਦੀ ਹੈ, ਪੈਰਲਲ ਇਕੋਨਮੀ ਚੱਲਦੀ ਹੈ, ਅੱਜ ਵੀ ਚੱਲਦੀ ਹੈ, ਹਮੇਸ਼ਾ ਚੱਲਦੀ ਰਹੇਗੀ। ਸੋ ਵਕੀਲ ਸਾਹਿਬ, ਆਪਾਂ ਨੂੰ ਹੁਣ ਸਮਾਂ ਆਗਿਆ ਨਹੀਂ ਦਿੰਦਾ ਜੀ। ਤੁਸੀਂ ਬਹੁਤ ਕਾਨੂੰਨੀ ਘੁੰਡੀਆਂ ਖੋਲ੍ਹੀਆਂ। ਫਿਰ ਕਿਸੇ ਦਿਨ ਤੁਹਾਡੇ ਨਾਲ ਗੱਲਬਾਤ ਹੋਏਗੀ। ਤੁਸੀਂ ਦੇਰ ਰਾਤ ਤੱਕ ਸਮਾਂ ਕੱਢਿਆ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ ਜੀ।
ਠੀਕ ਹੈ ਜੀ, ਥੈਂਕ ਯੂ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਅਸੀਂ ਇਹੀ ਉਮੀਦ ਰੱਖਦੇ ਹਾਂ ਜੀ ਕਿ ਨਵਾਂ ਸਾਲ ਸੁੱਖ ਦਾ ਚੜ੍ਹੇ, ਸੁੱਖ ਦੀਆਂ ਖਬਰਾਂ ਆਉਣ। ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਪਹਿਲਾਂ ਕਿਸਾਨ ਅੰਦੋਲਨ ਫਤਿਹ ਹਾਸਲ ਕਰੇ ਅਤੇ ਚਾਰੇ ਪਾਸੇ ਜੈ ਜੈਕਾਰ ਹੋਵੇ। ਜੈ ਜਵਾਨ ਜੈ ਕਿਸਾਨ ਦਾ ਨਾਅਰਾ ਬੁਲੰਦ ਰਿਹਾ ਅਤੇ ਇੱਕ ਵਾਰ ਫਿਰ ਕਿਸਾਨ ਅਤੇ ਉਸ ਨਾਲ ਜਿਹੜੀਆਂ ਵੀ ਧਿਰਾਂ ਜੁੜੀਆਂ ਹੋਈਆਂ ਨੇ ਉਹ ਫਤਿਹ ਪਾ ਕੇ ਵਾਪਸ ਸੁੱਖੀ ਸੰਦੀ ਆਪੋ ਆਪਣੇ ਘਰਾਂ ਨੂੰ ਮੁੜਨ। ਸਾਰਿਆਂ ਦਾ ਬਹੁਤ ਸ਼ੁਕਰੀਆ, ਧੰਨਵਾਦ।